ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਮੈਂ ਹਾਂ ਤੁਹਾਡੇ ਨਾਲ ਅਮਨਦੀਪ ਕੌਰ। ਅੱਜ ਦੇ ਦਿਨ 34 ਸਾਲ ਹੋ ਗਏ ਨੇ ਉਸ ਗੱਲ ਨੂੰ, ਉਹਨਾਂ ਜ਼ਖਮਾਂ ਨੂੰ ਜਿਹੜੇ ਜ਼ਖਮ ਅੱਜ ਤੱਕ ਵੀ ਹਰੇ ਨੇ। ਜੋ ਵੀ ਸਾਰਾ ਘਟਨਾਕ੍ਰਮ ਵਾਪਰਿਆ, ਆਪਾਂ ਕੁਝ ਸਮਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀਰ ਅਜਮੀਤ ਸਿੰਘ ਜੀ ਹੋਣਾ ਦੇ ਨਾਲ। ਅੱਜ ਤੋਂ 34 ਸਾਲ ਪਹਿਲਾਂ ਜਿਹੜਾ ਜੰਮੂ ਦੇ ਵਿੱਚ ਇੱਕ ਨਗਰ ਕੀਰਤਨ ਦੇ ਦੌਰਾਨ ਜੋ ਸਿੱਖ ਨਸਲ ਖੁਸ਼ੀ ਹੁੰਦੀ ਹੈ, ਉਸਨੂੰ ਲੈ ਕੇ ਅੱਜ ਵੀ ਦਰਦ ਜਿਹੜਾ ਉਹ ਅਜੇ ਵੀ ਅੱਲਾ ਹੀ ਹੈ, ਜ਼ਖਮ ਹਜੇ ਵੀ ਭਰੇ ਨਹੀਂ ਹੈਗੇ। ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਨੇ, ਆਰਟੀਆਈ ਐਕਟਿਵਿਸਟ ਨੇ ਜਿਹੜੇ, ਔਰ ਨਾਲ ਹੀ ਵੀਰ ਜੀ ਤੁਹਾਡੇ ਨਾਲ ਖਾਸ ਤੌਰ ਦੇ ਉੱਤੇ ਤਾਂ ਗੱਲਬਾਤ ਕਰਨਾ ਬਣਦਾ ਹੈ। ਉਹਨਾਂ ਜਿਹੜਾ 1999 ਦੇ ਵਿੱਚ 1989 ਦੇ ਵਿੱਚ ਜੋ ਸਿੱਖ ਨਸਲ ਖੁਸ਼ੀ ਹੁੰਦੀ ਹੈ ਨਗਰ ਕੀਰਤਨ ਦੇ ਦੌਰਾਨ, ਜੋ ਸਾਰਾ ਘਟਨਾਕ੍ਰਮ ਵਾਪਰਦਾ ਜਿਹਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੁੰਦੀ ਹੋਈ ਨਜ਼ਰ ਆਈ। 14 ਸਿੱਖ ਸ਼ਹੀਦ ਵੀ ਹੋ ਗਏ। ਤੁਸੀਂ ਉਹਨਾਂ ਦੀ ਲੜਾਈ ਕਾਫੀ ਲੰਬੇ ਸਮੇਂ ਤੋਂ ਲੜਦੇ ਆ ਰਹੇ ਹੈਗੇ ਹੋ, ਕਿਉਂਕਿ ਆਪਾਂ ਕਹਿੰਦੇ ਆ ਕਿ ਸਾਡੇ ਵਰਗੇ ਲੋਕ ਉਹਨਾਂ ਨੂੰ ਅੱਜ ਦੇ ਦਿਨ ਦੇ ਉੱਤੇ ਯਾਦ ਕਰਦੇ ਨੇ, ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਦੀ ਹੈ, ਲੇਕਿਨ ਤੁਸੀਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੇ ਲਈ ਜਦੋਜਹਿਦ ਕਰ ਸਕਦੇ ਹੋ। ਵੀਰ ਜੀ ਕੁਛ ਹੱਥ ਆਉਂਦਾ ਹੋਇਆ ਦਿਸਿਆ? देखो रमन जी, पहले तो मैं ਤੁਹਾਨੂੰ ਇੱਕ ਗੱਲ ਦੱਸਾਂ ਕਿ ਇਹ ਜੋ ਇੱਕ ਜੰਮੂ ਕਸ਼ਮੀਰ ਦੇ ਉੱਪਰ ਬਦਨੁਮਾ ਦਾਗ ਲੱਗਿਆ, ਇਸ ਤਰ੍ਹਾਂ ਉਸ ਤੋਂ ਪਹਿਲੇ ਵੀ ਮਹਿਜੂਰ ਨਗਰ ਦੇ ਵਿੱਚ ਹੋਇਆ, ਮਿਲੀਟੈਂਟਸ ਦੀ ਤਰਫੋਂ ਕਿਲਿੰਗ ਹੋਈਆਂ। ਮਹਿਜੂਰ ਨਗਰ ਚ 6-7 ਲੋਕ ਉੱਥੇ ਮਾਰੇ ਗਏ, ਚਿੱਟੀ ਸਿੰਘਪੁਰੇ 36 ਮਾਰੇ ਗਏ ਜੀ। ਉਹਦਾ ਜੰਮੂ ਤਲਵਾੜੇ ਦੇ ਵਿੱਚ 84 ਦੇ ਵਿੱਚ 17 ਲੋਕ ਮਾਰੇ ਗਏ, ਤੇ ਜੰਮੂ 89 ਦੇ ਵਿੱਚ 14 ਲੋਕ ਇੱਥੇ ਮਾਰੇ ਗਏ। ਹੁਣ ਇਹਦਾ ਸਾਰੇ ਡਾਟਾ ਆਰਟੀਆਈ ਥਰੂ ਮੇਰੇ ਕੋਲ ਪਿਆ, ਕੌਣ ਮਾਰਿਆ ਗਿਆ, ਕਿੰਨਾ ਲੋਕਾਂ ਦੇ ਖਿਲਾਫ ਕੇਸ ਕੀਤੇ ਗਏ, FIR ਰਜਿਸਟਰ ਹੋਏ, ਲੇਕਿਨ ਕਿਸੇ ਦੀ ਵੀ ਕਨਵਿਕਸ਼ਨ ਨਹੀਂ ਹੋਈ, ਕਿਸੇ ਨੂੰ ਸਲਾਖਾਂ ਦੇ ਪਿੱਛੇ ਨਹੀਂ ਕੀਤਾ ਗਿਆ। ਐਸਾ ਕਿਉਂ? ਕਿਉਂਕਿ ਮਾਪ ਦੇ ਵਿੱਚ ਜਦ ਕੋਈ ਕਰਦਾ ਹੈ ਤਾਂ ਅਸੀਂ ਵਿਟਨੈਸਿਸ ਨਹੀਂ ਹੁੰਦੀਆਂ, ਬਾਅਦ ਵਿੱਚ ਛੱਡ ਜਾਂਦਾ ਹੈ। ਬਿਲਕੁਲ। ਇਸ ਤੋਂ ਮਤਲਬ ਲੱਗਦਾ ਸਾਨੂੰ ਇਹ ਹੈ ਕਿ ਜਿੱਥੇ ਮਾਈਨੋਰਟੀ ਕਮਿਊਨਿਟੀ ਹੈ ਉਹਨੂੰ ਫ੍ਰੀ ਹੈਂਡ ਦੇ ਦਿੱਤਾ ਜਾਂਦਾ ਹੈ ਕਿ ਅਗਰ ਕਿਸੇ ਮਾਈਨੋਰਟੀ ਦੇ ਤੁਸੀਂ ਜਿੰਨੇ ਮਰਜ਼ੀ ਕਤਲ ਕਰ ਦੋਗੇ, ਕੋਈ ਵਿਟਨੈਸ ਨਹੀਂ ਹੋਏਗੀ, ਤੁਹਾਨੂੰ ਸਭ ਬਚ ਕੇ ਬਾਹਰ ਆ ਜਾਓਗੇ। ਇਹ ਲੱਗਦਾ ਸਾਡੇ ਜਿੰਨੇ ਵੀ ਕੇਸਿਸ ਹਨ। ਔਰ ਦੂਸਰਾ, ਕੋਈ ਵੀ ਸਰਕਾਰ ਸੰਜੀਦਾ ਨਹੀਂ ਰਹੀ ਸਾਡੇ ਨਾਲ। ਕਿਸੇ ਸਰਕਾਰ ਨੇ ਸਿੰਸੀਅਰਿਟੀ ਦੇ ਨਾਲ ਇਸ ਚੀਜ਼ ਨੂੰ ਲੋੜਨ ਦੀ ਕੋਸ਼ਿਸ਼ ਨਹੀਂ ਕੀਤੀ ਬਈ ਕਾਤਲ ਕੌਣ ਹਨ, ਉਹਨਾਂ ਤੱਕ ਪਹੁੰਚਿਆ ਜਾਏ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਹ ਸਾਨੂੰ ਜ਼ਿਆਦਾ ਦੁੱਖ ਹੁੰਦਾ, ਕਿਉਂਕਿ ਅਗਰ ਕਾਤਲਾਂ ਨੂੰ ਪਕੜ ਕੇ ਸਜ਼ਾਵਾਂ ਦੇ ਦਿੱਤੀ ਜਾਣ ਤੇ ਘਰਦਿਆਂ ਨੂੰ ਥੋੜੀ ਜਿਹੀ ਤਸੱਲੀ ਹੋ ਜਾਂਦੀ ਹੈ, ਨਾਲੇ ਅੱਗੇ ਤੋਂ ਵੀ ਸੇਧ ਹੁੰਦੀ ਹੈ, ਅੱਗੇ ਤੋਂ ਵੀ ਲੋਕਾਂ ਨੂੰ ਇੱਕ ਡਰ ਪੈਂਦਾ ਪਈ ਨਹੀਂ ਅਗਰ ਐਸੀ ਗੱਲ ਕਰਾਂਗੇ ਤੇ ਹੋ ਜਾਏਗਾ। ਅੱਜ ਹਿੰਦੁਸਤਾਨ ਦੀ ਇੱਕ ਰਿਵਾਜ ਬਣ ਗਿਆ ਕਿ ਮਾਪ ਕਿਤੇ ਵੀ ਜਾ ਕੇ ਕਿਸੇ ਨੂੰ ਮਾਰੇ ਤੇ ਕਿਸੇ ਦਾ ਵੀ ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੁੰਦੀ। ਤੇ ਇੱਥੇ ਵੀ ਰਮਨ ਜੀ ਤੁਸੀਂ ਗੱਲ ਕੀਤੀ ਨਾ, ਮੈਂ ਉਹਨਾਂ ਦਿਨਾਂ 'ਚ ਮੇਰੀ ਖੁਦ ਸ਼ਾਦੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਮੈਂ ਮਾਰਕੀਟ ਹੀ ਸੀ, ਪਤਾ ਚੱਲਿਆ ਵੀ ਟੈਨਸ਼ਨ ਹੋ ਰਹੀ ਹੈ। ਟੈਨਸ਼ਨ ਕਿਉਂ ਹੋ ਰਹੀ ਹੈ? ਨਗਰ ਕੀਰਤਨ ਦੇ ਵਿੱਚ ਕਿਸੇ ਨੇ ਕੁਝ ਪੰਜ ਸਿੰਘ ਦੇ ਬਿਆਨ ਸਿੰਘ ਦੇ ਫੋਟੋ ਲਗਾ ਲਏ ਤੇ ਕੁਝ ਨਾਰੇ ਲਗਾਏ ਲੋਕਾਂ ਨੇ, ਨੌਜਵਾਨ ਵੀਰਾਂ ਨੇ। ਠੀਕ ਹੈ, ਅਗਰ ਕੋਈ ਕਿਸੇ ਨੇ ਕੋਈ, ਅਸੀਂ ਅੱਗੇ ਵੀ ਕਿਹਾ ਚੈਨਲ ਦੇ, ਅਗਰ ਕੋਈ ਐਂਟੀ ਸੋਸ਼ਲ ਕੋਈ ਐਸੇ ਸਲੋਗਨ ਲਗਾਉਂਦਾ ਹੈ, ਉਹਦਾ ਕੰਮ ਕਿਹਦਾ ਹੈ? ਏਜੰਸੀਆਂ ਦਾ ਕੰਮ ਹੈ, ਲਾਅ ਐਨਫੋਰਸਮੈਂਟ ਏਜੰਸੀਆਂ ਦਾ ਕੰਮ ਉਹਨਾਂ ਨੂੰ ਪਕੜਨਾ ਤੇ ਉਹਨਾਂ ਨੂੰ ਬੁੱਕ ਕਰਨਾ, ਉਹਨਾਂ ਨੂੰ ਬਣਦੀ ਕਾਰਵਾਈ ਕਰਨੀ ਉਹਨਾਂ ਦੇ ਖਿਲਾਫ। ਲੇਕਿਨ ਲੋਕਾਂ ਨੂੰ ਕਿਸ ਨੇ ਅਖਤਿਆਰ ਦਿੱਤਾ ਕਿ ਉਹ ਕਾਨੂੰਨ ਵਿਵਸਥਾ ਆਪਣੇ ਹੱਥ 'ਚ ਲੈ ਲੈਣ? ਉਹਨਾਂ ਨੂੰ ਕੀ ਸੂਟ ਕਰਦਾ, ਕੀ ਚੰਗਾ ਲੱਗਦਾ, ਕੀ ਨਹੀਂ ਲੱਗਦਾ, ਉਹ ਸਜ਼ਾ ਦੇਣੀ ਸ਼ੁਰੂ ਕਰ ਦੇਣ ਸੜਕਾਂ ਤੇ। ਇਹ ਕਿੱਥੇ ਦਾ ਕਾਨੂੰਨ ਹੈ? ਸਦੋਂ ਇਹ ਹੋਇਆ, ਉਹਨਾਂ ਨੇ ਲੋਕਾਂ ਜਦ ਨਗਰ ਕੀਰਤਨ ਸ਼ਹਿਰ ਦੇ ਪਹੁੰਚਿਆ, ਗਰਮ ਪਾਣੀ ਦੇ ਉੱਪਰ ਪਾਣੀ ਸੁੱਟਿਆ ਗਿਆ, ਉੱਪਰੋਂ ਪਥਰਾਵ ਕੀਤਾ ਗਿਆ, ਹਫੜਾ ਦਫੜੀ ਪੈ ਗਈ, ਦੌੜ ਭੱਜ ਪੈ ਗਈ ਸਾਰਿਆਂ ਨੂੰ। ਕੁਝ ਲੋਕਾਂ ਨੇ ਗੁਰੂ ਮਹਾਰਾਜ ਦਾ ਸਰੂਪ ਬੜੇ ਸਤਿਕਾਰ ਨਾਲ ਕੱਢ ਕੇ ਸੇਫ ਜਗ੍ਹਾ ਤੇ ਠਿਕਾਣੇ ਗੁਰੂ ਮਹਾਰਾਜ ਦੇ ਗੁਰਦੁਆਰਾ ਘਰ 'ਚ ਪਹੁੰਚਾਇਆ, ਲੇਕਿਨ ਕਾਫੀ ਦੌੜ ਪਈ, ਕਾਫੀ ਲੋਕਾਂ ਨੂੰ ਮਾਰਿਆ ਗਿਆ। ਪੁਲਿਸ ਬਾਅਦ ਚੋਂ ਆਪਣੇ ਐਫੀਡੇਵਿਟ 'ਚ ਕਹਿੰਦੀ ਹੈ ਕਿ ਅਸੀਂ ਵਿਦਿਨ ਆਵਰ ਅਸੀਂ ਕੰਟਰੋਲ ਕਰ ਲਿਆ। ਬਿਲਕੁਲ ਨਹੀਂ, ਬਿਲਕੁਲ ਝੂਠ ਕਿਹਾ ਉਸਨੇ। ਕਮ ਸੇ ਕਮ 4-5-6 ਘੰਟੇ ਤੱਕ ਮੌਤ ਦਾ ਨੰਗਾ ਤਾਂਡਵ ਸੜਕਾਂ ਤੇ ਖੇਡਿਆ ਜਾਂਦਾ ਰਿਹਾ। BC ਰੋਡ ਤੇ ਮਾਰਿਆ ਗਿਆ, ਰੇਲਵੇ ਫਲਾਈਓਵਰ ਤੇ ਮਾਰਿਆ ਗਿਆ, ਬੱਸ ਸਟੈਂਡ ਤੇ ਮਾਰਿਆ ਗਿਆ, ਲੋਕਾਂ ਨੂੰ, ਬਜ਼ੁਰਗਾਂ ਨੂੰ ਮਾਰਿਆ ਗਿਆ, ਵੀਰਾਂ ਨੂੰ ਮਾਰਿਆ ਗਿਆ, ਬੱਚਿਆਂ ਨੂੰ ਮਾਰਿਆ ਗਿਆ। ਤਾਂ ਮੈਂ ਜਿੱਥੇ ਹੀ ਬੱਸ ਨਹੀਂ ਹੁੰਦੀ, ਮੇਰੇ ਕੋਲ ਇੱਕ ਡਾਟਾ ਪਿਆ, ਜਿਸ ਡਾਟੇ 'ਚ ਅੰਸਾਰੀ ਕਮਿਸ਼ਨ ਦੀ ਰਿਪੋਰਟ ਦਾ, ਸਾਡੇ ਕੋਲ ਇੱਕ ਸਾਡੇ ਵੀਰ ਜਰਨਲਿਸਟ ਬਲਾਈਪੁਰੀ ਜੀ, ਉਹਨਾਂ ਨੇ ਕੁਝ ਡਾਟਾ ਮੈਨੂੰ ਦਿੱਤਾ। ਉਹਨਾਂ ਨੇ ਕਿਹਾ ਵੀਰ ਜੀ ਮੇਰੇ ਕੋਲ ਅੰਸਾਰੀ ਕਮਿਸ਼ਨ ਦੀ ਰਿਪੋਰਟ ਪਈ ਦੀ ਹੈ, ਮੈਂ ਸੈਕਟਰੀ ਨੂੰ ਕਢਾਈ ਦੀ ਹੈ, ਤੁਹਾਨੂੰ ਰਿਪੋਰਟ ਦੀ ਕਾਪੀ ਪੂਰੀ ਨਹੀਂ ਦਿਆਂਗਾ, ਕੁਝ ਇੱਕ ਚੀਜ਼ਾਂ ਮੈਂ ਤੁਹਾਨੂੰ ਫੋਟੋ ਛੱਡ ਦਿਆਂਗਾ ਜੋ ਤੁਹਾਨੂੰ ਹੈਲਪਫੁਲ ਹੋਣਗੀਆਂ, ਕਿਉਂਕਿ ਤੁਸੀਂ ਹਮੇਸ਼ਾ ਬੋਲਦੇ ਹੋ ਤੁਸੀਂ ਇਸ ਇਸ਼ੂ ਤੇ ਕੰਮ ਕਰੋਗੇ। ਜਦ ਰਿਪੋਰਟ ਪੜ੍ਹੀ, ਮੇਰੀ ਰਿਪੋਰਟ ਦੀਆਂ ਕਾਪੀਆਂ ਪੜ੍ਹ ਕੇ ਇਤਨਾ ਦੁੱਖ ਹੋਇਆ। ਜਦ ਜਸਟਿਸ MRA ਅੰਸਾਰੀ ਦੀ ਗਠਨ ਕੀਤਾ ਗਿਆ ਇਨਕੁਆਇਰੀ ਕਮਿਸ਼ਨ, ਉਦੋਂ ਸਾਨੂੰ ਸ਼ੱਕ ਸੀ ਭਾਈ ਸਰਕਾਰ ਨੇ ਸਿਰਫ ਲਿਪਾਪੋਤੀ ਕਰਨੀ ਹੈ, ਟਾਈਮ ਕਿਲ ਕਰਨਾ, ਲੋਕਾਂ ਦੀਆਂ ਭਾਵਨਾਵਾਂ ਨੂੰ ਠੰਡੇ ਕਰਨਾ, ਇੱਕ ਇਨਕੁਆਇਰੀ ਰਿਪੋਰਟ ਬਣਾਤੀ। ਅਗਰ ਤੁਸੀਂ ਉਹਦੀ ਰਿਪੋਰਟ ਨੂੰ ਪਬਲਿਸ਼ ਨਹੀਂ ਸੀ ਕਰਨਾ ਤੇ ਫਿਰ ਰਿਪੋਰਟ ਤੁਸੀਂ ਇਨਕੁਆਇਰੀ ਕਮਿਸ਼ਨ ਕਿਉਂ ਗਠਿਤ ਕੀਤਾ? ਹਰ ਵਾਰੀ ਸਾਡੇ ਨਾਲ ਮਜ਼ਾਕ ਕੀਤਾ ਜਾਂਦਾ ਹੈ। ਤਾਂ ਬੜਾ ਦੁੱਖ ਹੋਇਆ ਕਿ ਅੰਸਾਰੀ ਕਮਿਸ਼ਨ ਦੀ ਰਿਪੋਰਟ ਅੱਜ ਤੱਕ 34 ਸਾਲਾਂ ਬਾਅਦ ਵੀ ਪਬਲਿਸ਼ ਨਹੀਂ ਹੋਈ।
ਚਲੋ ਇੱਕ ਪਬਲਿਸ਼ ਨਹੀਂ ਹੋਈ, ਇੱਕ ਗੱਲ ਉਹ ਆ ਗਈ। ਦੂਜੀ ਗੱਲ, ਤੁਸੀਂ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਰਮਨ ਜੀ ਮੈਂ ਡਿਟੇਲ ਦੱਸਾਂ ਤੁਹਾਨੂੰ, ਗਾਂਧੀ ਨਗਰ ਦੇ 14 ਕੇਸ ਰਜਿਸਟਰ ਕੀਤੇ ਗਏ, ਪਕੜਿਆ ਪੁਲਿਸ ਸਟੇਸ਼ਨ 'ਚ 25 ਕੇਸ ਰਜਿਸਟਰ ਕੀਤੇ ਗਏ, ਸਿਟੀ ਪੁਲਿਸ ਸਟੇਸ਼ਨ ਦੇ ਵਿੱਚ 8, ਬਖਸ਼ਨਗਰ 4, ਸਤਵਾਰੀ ਥਾਣੇ 'ਚ 3, ਨਵਾਬਾਦ ਵਿੱਚ 2, ਅਖਨੂਰ ਦੇ ਵਿੱਚ 4 ਔਰ ਕਾਨਾ ਚਾਕ 1, ਟੋਟਲ 61 FIR ਰਜਿਸਟਰ ਕੀਤੀਆਂ ਗਈਆਂ ਜੀ। ਮੈਂ ਸਰਕਾਰ ਨੂੰ ਪੁੱਛਦਾ ਤੁਸੀਂ ਉਹਨਾਂ FIR ਦੇ ਉੱਪਰ ਕੀ ਕੀਤਾ? ਮੈਂ ਦੱਸਦਾ ਵੀ ਜਿੱਥੇ ਮਾਈਨੋਰਿਟੀ ਦੇ ਕਤਲ ਹੋਣਗੇ ਬਿਲਕੁਲ FIR ਦਬ ਦਿੱਤੀਆਂ ਜਾਣਗੀਆਂ, ਉਹਨੂੰ ਬੰਦ ਕਿਸੇ ਗਠੜੀ 'ਚ ਪਾ ਕੇ ਬੰਦ ਕਰਤਾ ਜਾਏਗਾ। ਕਿਉਂ ਇਨਵੈਸਟੀਗੇਸ਼ਨ ਨਹੀਂ ਹੋਈਆਂ? ਸਾਡਾ ਬੱਚਾ ਅਗਰ ਕੋਈ ਕਸੂਰ ਕਰਦਾ, ਸਿੱਖ ਬੱਚਾ ਕਿਸੇ ਕ੍ਰਾਈਮ ਵਿੱਚ ਇਨਵੋਲਵ ਹੁੰਦਾ, ਤੁਸੀਂ 30 ਸਾਲਾਂ ਬਾਅਦ 40 ਸਾਲਾਂ ਬਾਅਦ ਯੂਕੇ ਤੋਂ, ਕੈਨੇਡਾ ਤੋਂ, ਨੇਪਾਲ ਤੋਂ ਪਕੜ ਕੇ ਲਿਆਂਦੇ ਹੋ, ਮੁਬਾਰਕ ਹੈ ਲਿਆਓ। ਅਸੀਂ ਇਹ ਨਹੀਂ ਕਹਿੰਦੇ ਤੁਸੀਂ ਕਿਉਂ ਲਿਆਂਦੇ ਹੋ। ਜਿਹਨੇ ਕਤਲ ਕੀਤਾ, ਕ੍ਰਾਈਮ ਕੀਤਾ, ਉਹ ਕ੍ਰਿਮੀਨਲ ਹੈ, ਚਾਹੇ ਸਿੱਖ ਹੋਵੇ ਚਾਹੇ ਮੁਸਲਿਮ ਹੋਵੇ। ਉਹਨਾਂ ਲਈ ਤਾਂ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਹਾਂ। ਅੱਜ ਬੰਦੇ 23 ਸਾਲਾਂ ਬਾਅਦ ਸਿੱਖ ਪਕੜਿਆ ਗਿਆ, ਅੱਜ 35 ਸਾਲਾਂ ਬਾਅਦ ਸਿੱਖ ਨੂੰ ਨੇਪਾਲ ਤੋਂ ਪਕੜ ਕੇ ਲਿਆਂਦਾ, ਅੱਜ ਕੈਨੇਡਾ ਤੋਂ ਨੂੰ ਪਕੜ ਕੇ ਇੱਥੇ ਲਿਆਂਦਾ। ਲੇਕਿਨ ਸਾਡੇ ਖਿਲਾਫ ਅਗਰ ਕੋਈ ਸਾਜ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਟਾਈਮ ਤੁਹਾਡੀਆਂ ਸਰਕਾਰਾਂ ਕਿਤੇ ਸੋ ਜਾਂਦੀਆਂ, ਉਸ ਟਾਈਮ ਤੁਹਾਡੀਆਂ ਏਜੰਸੀਆਂ ਕੰਮ ਕਿਉਂ ਨਹੀਂ ਕਰਦੀਆਂ? ਤਾਂ ਤੁਸੀਂ ਉਹਨੂੰ ਪਕੜਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਔਰ ਮੈਨੂੰ ਆਪਣੇ ਜੰਮੂ ਦੇ ਲੋਕਾਂ ਨਾਲ ਵੀ ਗਿਲਾ ਰਹੇਗਾ। ਪਹਿਲੇ ਤਾਂ ਜੋ ਮੈਜੋਰਟੀ ਕਮੇਟੀ ਹੈ ਉਹਦੇ ਨਾਲ ਬਿਲਕੁਲ ਨਹੀਂ, ਕਿਉਂਕਿ ਮੈਜੋਰਟੀ ਕਮੇਟੀ ਨੇ ਅਗਰ ਕੁਝ ਲੋਕਾਂ ਨੇ ਸ਼ਰਾਰਤ ਕੀਤੀ, ਲੋਕਾਂ ਨੂੰ ਕਤਲ ਕੀਤਾ, ਬੜੀ ਮੈਜੋਰਟੀ ਕਮੇਟੀ ਜਿਵੇਂ ਸਾਡੇ ਹਿੰਦੂ ਵੀਰਾਂ ਨੇ ਸਿੱਖ ਬੱਚੇ ਨੂੰ ਆਪਣੇ ਘਰਾਂ 'ਚ ਵਾੜ ਕੇ ਰੱਖਿਆ, ਸੇਫ ਬਚਾ ਕੇ ਰੱਖਿਆ, ਔਰ ਦੂਸਰੇ ਦਿਨ ਤੀਸਰੇ ਦਿਨ ਜਦ ਹਾਲਾਤ ਨਾਜ਼ੁਕ ਹੋਏ, ਤੁਹਾਨੂੰ ਨਾਰਮਲ ਹੋਏ, ਉਹਨਾਂ ਨੂੰ ਆਪਣੇ ਘਰ ਭੇਜਿਆ ਜੀ। ਜਿੱਥੇ ਕੁਝ ਮਾੜੇ ਹੁੰਦੇ ਹਨ ਉੱਥੇ ਮੈਜੋਰਟੀ ਅੱਛੇ ਦੀ ਵੀ ਹੁੰਦੀ ਹੈ। ਲੇਕਿਨ ਇੱਕ ਗੱਲ ਹੋਰ ਗਿਲਾ ਰਿਹਾ ਸਾਨੂੰ, ਚੈਂਬਰ ਆਫ ਕਾਮਰਸ ਨੇ ਉਹਨਾਂ ਦਿਨਾਂ ਪੁਲਿਸ ਨੇ ਕੁਝ ਲੜਕੇ ਪਕੜਿਆ, ਨੌਜਵਾਨਾਂ ਨੂੰ ਪਕੜਿਆ, ਹਿਰਾਸਤ ਵਿੱਚ ਲਿਆ ਜੋ ਡਾਊਟਫੁਲ ਸਨ, ਜਿਨ੍ਹਾਂ ਨੇ ਕਿਸੇ ਨੇ ਵਿਟਨੈਸਿਸ ਦੱਸੀਆਂ ਸਨ। ਉਹਦੇ ਬਾਵਜੂਦ ਚੈਂਬਰ ਆਫ ਕਾਮਰਸ ਨੇ ਇੰਡੈਫੀਨਿਟ ਜੰਮੂ ਸਟ੍ਰਾਈਕ ਕਰ ਦਿੱਤੀ, ਬੰਦ ਕਰਾਤਾ। ਤਾਂ ਸਰਕਾਰ ਤੇ ਪ੍ਰੈਸ਼ਰ ਪੈ ਗਿਆ। ਤੇ ਸਰਕਾਰਾਂ ਵੀ ਸੋਚਦੀਆਂ ਹਨ ਇਹ 14 ਦੇ ਬਾਰੇ, ਕੱਲ ਨੂੰ ਅਗਰ ਅਸੀਂ ਸਟ੍ਰਾਈਕ, ਇਹਨਾਂ ਦੀ ਸਟ੍ਰਾਈਕ ਕੰਟੀਨਿਊ ਰਹਿੰਦੀ ਹੈ ਤਾਂ ਸਾਡੀ ਕੁਰਸੀ ਵੀ ਜਾ ਸਕਦੀ ਹੈ। ਪਰ ਮੁਝੇ ਸਰਕਾਰ ਦੇ ਲਈ ਕੁਰਸੀ ਜ਼ਿਆਦਾ ਮਹੱਤਵ ਰੱਖਦੀ ਹੈ, ਨਾ ਕਿ 10-20 ਤਰੀਕ ਜਾਣਾ। ਬਿਲਕੁਲ ਬਲਵਿੰਦਰ ਵੀਰ ਜੀ, ਜੇਕਰ ਗੱਲ ਕਰਦੇ ਆ ਹਨਾ, ਤੁਸੀਂ ਕਾਫੀ ਲੰਮੇ ਸਮੇਂ ਤੋਂ, ਜਿਵੇਂ ਮੈਂ ਸ਼ੁਰੂਆਤ ਵੀ ਕੀਤੀ, ਕਾਫੀ ਲੰਮੇ ਸਮੇਂ ਤੋਂ ਇਸ ਨਸਲ ਖੁਸ਼ੀ ਦੇ ਵਿੱਚ ਸ਼ਿਕਾਰ ਹੋਏ ਲੋਕਾਂ ਦੇ ਲਈ ਇਨਸਾਫ ਦੀ ਮੰਗ ਕਰਦੇ ਆ ਰਹੇ ਹੋ। ਕਿਤੇ ਤੁਹਾਨੂੰ ਨਹੀਂ ਲੱਗਦਾ ਕਿਤੇ ਸਾਡੇ ਵੀ, ਜਿਨ੍ਹਾਂ ਨੂੰ ਅਸੀਂ ਲੀਡਰਸ਼ਿਪ ਕਹਿ ਸਕਦੇ ਆ ਜਾਂ ਜਿਨ੍ਹਾਂ ਤੋਂ ਸਾਨੂੰ ਉਮੀਦ ਹੋ ਸਕਦੀ ਹੈ, ਉਹ ਵੀ ਇਨਸਾਫ ਦੀ ਆਵਾਜ਼ ਨੂੰ ਜ਼ੋਰਦਾਰ ਚੁੱਕਣ ਦੇ ਵਿੱਚ, ਕਿਉਂਕਿ ਦੇਖੋ ਤੁਸੀਂ ਚੁੱਕੇ ਜਾਂ ਤੁਹਾਨੂੰ ਤੁਹਾਡਾ ਨੈਗੇਟਿਵ ਪੁਆਇੰਟ ਲੱਭ ਕੇ ਤੁਹਾਨੂੰ ਸਰਟੀਫਿਕੇਟ ਤਾਂ ਕੋਈ ਮਿੰਟੇ ਦੇ ਦੇਗਾ, ਲੇਕਿਨ ਕੋਈ ਨਾਲ ਆ ਕੇ ਵੀ ਤਾਂ ਖੜ ਸਕਦਾ ਨਾ, ਕਿ ਜਦੋਂ ਇੱਕ ਬੰਦਾ ਸਾਡੀ ਕਮਿਊਨਿਟੀ ਦਾ ਆਵਾਜ਼ ਚੁੱਕ ਰਿਹਾ ਤੇ ਪਿੱਛੇ ਤਾਂ ਕਾਫਲਾ ਬਣ ਜਾਣਾ ਚਾਹੀਦਾ। ਲੰਮਾ ਸਮਾਂ ਗੁਜ਼ਰ ਗਿਆ ਹੈਗਾ। ਤਾਂ ਮੈਨੂੰ ਬੜਾ ਦੁੱਖ ਹੁੰਦਾ ਕਿਉਂਕਿ ਕਿਸੇ ਨੇ ਵੀ ਇਸ ਮੁੱਦੇ ਤੇ ਗੱਲ ਨਹੀਂ ਕੀਤੀ ਅਜੇ ਤੱਕ। ਮੈਂ ਪਿਛਲੇ 8-10 ਸਾਲਾਂ ਤੋਂ ਬਹੁਤ ਵਾਰ ਪ੍ਰੈਸ ਕਾਨਫਰੰਸਾਂ ਕੀਤੀਆਂ, ਪਰ ਮੈਂ ਇੱਕ ਗੱਲ ਹੋਰ ਸ਼ੇਅਰ ਕਰਦਾ ਕਿ 2019 ਦੇ ਵਿੱਚ ਜਦ ਇਸ ਗੱਲ ਨੂੰ 30 ਸਾਲ ਹੋਏ ਸੀ, ਅਸੀਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ, ਬਹੁਤ ਬੜੀ ਮੀਡੀਆ ਕਵਰੇਜ ਮਿਲੀ। ਅਸੀਂ ਉਹਦੇ ਡਿਮਾਂਡ ਕੀਤੀ ਸੀ ਵੀ ਸਿੱਟ ਦਾ ਗਠਨ ਕੀਤਾ ਜਾਏ, ਕਿਉਂਕਿ ਬੀਜੇਪੀ ਜਦ ਸੈਂਟਰ 'ਚ ਪਾਵਰ 'ਚ ਆਈ, ਬੀਜੇਪੀ ਨੇ ਦਿੱਲੀ ਦੇ ਦੰਗਿਆਂ ਦੇ ਲਈ ਕਾਰਵਾਈ ਕਰਨ ਦੇ ਲਈ ਸਿੱਟ ਦਾ ਗਠਨ ਕੀਤਾ। ਤਾਂ ਮੈਂ ਕਹਿੰਦਾ ਬੀਜੇਪੀ ਦੇ ਅਫਸਰਾਂ ਨੂੰ, ਉਹਨਾਂ ਨੂੰ ਵੀ ਮੈਂ ਚੈਲੰਜ ਕਰਦਾ, ਕਹਿੰਦਾ ਅਗਰ ਤਾਂ ਤੁਸੀਂ ਸਿੰਸੀਅਰ ਹੋ, ਸੱਚਮੁੱਚ ਚਾਹੁੰਦੇ ਹੋ ਕੋਈ ਸਿੱਖਾਂ ਨੂੰ, ਮਾਈਨੋਰਿਟੀਜ਼ ਨੂੰ ਇਨਸਾਫ ਮਿਲੇ, ਤਾਂ ਤੁਸੀਂ ਉੱਥੇ ਗਠਨ ਕੀਤਾ ਸਿੱਟ ਦਾ, ਤਾਂ ਉਹ ਸਿੱਟ ਦਾ ਗਠਨ ਜੰਮੂ ਕਿਉਂ ਨਾ ਕੀਤਾ ਜਾਏ? ਅਗਰ ਤੁਸੀਂ ਉਹ ਸਿੱਟ ਦਾ ਗਠਨ ਜੰਮੂ ਨਹੀਂ ਕਰਦੇ, ਫਿਰ ਮੈਂ ਇਹ ਸਮਝਾਂਗਾ ਕਿ ਤੁਹਾਡਾ ਸਿਰਫ ਔਰ ਸਿਰਫ ਆਪੋਜੀਸ਼ਨ ਦੀ ਜਿੱਥੇ ਸਰਕਾਰਾਂ, ਤੁਸੀਂ ਉੱਥੇ ਸਿੱਟ ਦਾ ਗਠਨ ਕਰਦੇ ਹੋ, ਜਿੱਥੇ ਤੁਹਾਡੀ ਆਪਣੀ ਡਿਸਪੈਂਸੇਸ਼ਨ ਹੈ, ਆਪਣੀ ਕਲਾਸ, ਆਪਣੀ ਰੂਲਿੰਗ ਕਲਾਸ ਹੈ ਤੁਹਾਡੀ, ਜਿਹਨਾਂ ਸਟੇਟਾਂ 'ਚ ਤੁਸੀਂ ਰੂਲ ਕਰਦੇ ਹੋ, ਉੱਥੇ ਤੁਸੀਂ ਸਿੱਟ ਨਹੀਂ ਚਾਹੁੰਦੇ, ਕਿਉਂਕਿ ਤੁਸੀਂ ਚਾਹੁੰਦੇ ਹੋ ਸ਼ਾਇਦ ਇੱਥੇ ਸਾਡਾ ਹੀ ਕੁਝ ਲੋਕ ਆਪਣੇ ਵਿੱਚ ਨਾ ਆ ਜਾਣ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ, ਹੋਮ ਮਿਨਿਸਟਰ ਜੀ ਨੂੰ ਮੈਂ ਦਰਖਾਸਤ ਕਰਦਾ, ਅਗਰ ਬਿਲਕੁਲ ਸਿੰਸੀਅਰ ਹੋ, ਸਿੱਖਾਂ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਜੋ ਤੁਸੀਂ ਦਿੱਲੀ 'ਚ ਕੋਸ਼ਿਸ਼ ਕੀਤੀ, ਆਓ ਜੰਮੂ ਦੇ ਵਿੱਚ ਇਹਦੀ ਸਿੱਟ ਦਾ ਗਠਨ ਕਰੀਏ। ਜੋ 14 ਲੋਕ ਮਾਰੇ ਗਏ ਉਹਨਾਂ ਦੇ ਦੋਸ਼ੀਆਂ ਨੂੰ ਪਕੜੀਏ ਤੇ ਸਜ਼ਾਵਾਂ ਦਈਏ। ਰਮਨ ਜੀ, ਜਦੋਂ ਅੰਸਾਰੀ ਕਮਿਸ਼ਨ ਦਾ ਗਠਨ ਹੋਇਆ ਨਾ, ਵਿਦਨ ਅ ਮੰਥ ਟਾਈਮ ਅੰਸਾਰੀ MRA ਅੰਸਾਰੀ ਸਾਹਿਬ ਨੇ ਨੋਟੀਫਿਕੇਸ਼ਨ ਦਿੱਤੀ ਅਖਬਾਰਾਂ 'ਚ। ਉਹਨੇ ਕਿਹਾ ਆਓ ਤੁਸੀਂ ਆਪਣੀ ਸਟੇਟਮੈਂਟਾਂ ਰਿਕਾਰਡ ਕਰਾਓ ਸਾਡੇ ਕੋਲ, ਜੋ ਵਿਟਨੈਸਿਸ ਦੇਣਾ ਚਾਹੁੰਦੇ ਹੋ, ਕੁਝ ਵੀ ਕਹਿਣਾ ਚਾਹੁੰਦੇ ਹੋ, ਤੇ ਕਮ ਸੇ ਕਮ 125 ਤੋਂ ਲੈ ਕੇ 150 ਤੱਕ ਐਫੀਡੇਵਿਟ ਸਬਮਿਟ ਕੀਤਾ ਗਿਆ ਲੋਕਾਂ ਨੇ। ਕਿਸੇ ਨੇ ਕਿਹਾ ਜੀ ਮੈਂ ਬਲਵਿੰਦਰ ਸਿੰਘ ਜਾਂ ਮੇਰਾ ਨਾਮ ਸਤਿੰਦਰ ਸਿੰਘ ਮੇਰਾ ਬ੍ਰਦਰ ਸੀ, ਅਸੀਂ ਫਲਾਈਓਵਰ ਤੋਂ ਜਾ ਰਹੇ ਸੀ, ਬੱਸ ਸਟੈਂਡ ਤੋਂ ਇੱਕ ਦੁਕਾਨਦਾਰ ਆਇਆ, ਉਹਦਾ ਨਾਮ ਵੀ ਨਹੀਂ ਦੱਸਿਆ, ਉਹਨੂੰ ਜਾਣਦਾ ਸੀ, ਉਹ ਆਇਆ, ਉਸਨੇ ਮੈਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਭਰਾ ਦੇ ਸਿਰ ਤੇ ਰਾੜ ਮਾਰੀ, ਉਹਦੇ ਨਾਲ 10 ਲੋਕੀ ਹੋਰ ਸਨ, ਮੇਰਾ ਭਰਾ ਗਿਰ ਗਿਆ, ਮੈਂ ਉੱਥੋਂ ਨਸਣ 'ਚ ਕਾਮਯਾਬ ਹੋ ਗਿਆ। ਕੁਝ ਦੇਰ ਬਾਅਦ ਜਦ ਮੈਂ ਵਾਪਸ ਆਇਆ, ਮੇਰੇ ਭਰਾ ਦੀ ਡੈਡ ਬਾਡੀ ਉੱਥੇ ਪਈ ਸੀ। ਇਟ ਮੀਨਸ ਉਸਨੇ ਆਈ ਵਿਟਨੈਸ ਹੈ ਉਸ ਚੀਜ਼ ਦਾ, ਉਹਦੇ ਬਾਵਜੂਦ ਸਰਕਾਰ ਨੇ ਕਿਉਂ ਉਹਨੂੰ ਪਕੜਿਆ ਨਹੀਂ? ਐਸੇ ਬਹੁਤ ਸੇ ਕੇਸਿਸ ਹਨ ਜਿਨ੍ਹਾਂ ਐਫੀਡੇਵਿਟ ਦਿੱਤੇ,
ਭਾਈ ਸਾਡੇ ਭਰਾ ਨੂੰ ਕਿਹਨੇ ਮਾਰਿਆ, ਸਾਡੀ ਮਾਂ ਨੂੰ ਕਿਸਨੇ ਮਾਰਿਆ, ਸਾਡੇ ਚਾਚੇ ਨੂੰ ਕਿਸਨੇ ਮਾਰਿਆ। ਉਹਦੇ ਬਾਅਦ ਉਹਨਾਂ ਐਫੀਡੇਵਿਟ ਨੂੰ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹਦੇ ਬਾਅਦ ਹਾਂਜੀ ਅੰਸਾਰੀ ਕਮਿਸ਼ਨ ਦਾ ਜੋ ਗਠਨ ਕੀਤਾ ਗਿਆ ਸੀ, ਕੋਈ ਚੀਜ਼ ਦੱਸਿਆ ਉਹਨੂੰ ਇਹ ਪੁਆਇੰਟ ਦਿੱਤੇ ਗਏ ਸਨ ਵੀ ਤੂੰ ਕੀ ਇਨਕੁਆਇਰ ਕਰੇਗਾ। ਇੱਕ ਤੁਹਾਨੂੰ ਕਿਹਾ ਗਿਆ ਸੀ ਇਹ ਸਭ ਕਿਉਂ ਹੋਇਆ, क्या सर्कमस्टांसेस ऐसे होए कि ये होया। दूसरा टू फिक्स द रिस्पांसिबिलिटी, कौन लोग की इन्वॉल्वमेंट तो रिस्पांसिबिलिटी फिक्स करेगा। क्योंकि नमन जी जब उन्होंने दिना ताजा बयान सिंह सतवंत सिंह फांसी हुई सी ते मिनिस्ट्री ऑफ होम अफेयर्स ने MHA ने एक स्पेशल एडवाइजरी जारी की थी स्टेट गवर्नमेंट से पर तुसी एक्स्ट्रा प्रिकॉशन लोगे, तुसी एडिशनल डिप्लॉयमेंट करोगे, तुसी जिथे जिथे नगर कीर्तन छत्तां ते एडिशनल डिप्लॉयमेंट करोगे। लेकिन हकीकत में ऐसा नहीं होया। क्यों होया? फिर इन्होंने क्या तो तुसी रिस्पांसिबिलिटी फिक्स करोगे। मैं कहना रिस्पांसिबिलिटी सिविल एडमिनिस्ट्रेशन की बनती सी, DC की बनती सी, SSP की बनती सी जिन्होंने एडिशनल डिप्लॉयमेंट नहीं की, DIG CID की बनती सी, सिक्योरिटी एडवाइजर टू CM OP भुटानी साहब उन्होंने बनती सी। किसी को अकाउंटेबल नहीं बनाया गया, रिस्पांसिबिलिटी नहीं फिक्स की गई। अंसारी कमीशन की है लेकिन पब्लिक डोमेन नहीं आती। जे तुसा अकाउंटेबिलिटी फिक्स कराई, रिस्पांसिबिलिटी फिक्स कराई, उन्होंने पब्लिक डोमेन नहीं लिया, उन्होंने पकड़िया नहीं, उन्होंने पर कार्रवाई नहीं की, तो फिर फायदा क्या फिक्स करने का। उसके बाद उन्होंने क्या किया, तुम सजेस्ट करोगे कि इन फ्यूचर ऐसी घटनाओं को किस तरह रोकया जाए। चौथा उन्होंने गल कही कि तुम किस सजेस्ट करते हो, तुम्हारी रिकमेंडेशन की रहनी है। तो जिस मैं कहना उन्होंने रिस्पांसिबिलिटी फिक्स की है। जम्मू की एक ऑर्गेनाइजेशन है, मैं ना नहीं लवांगा, उस ऑर्गेनाइजेशन ना फिक्स किया गया भी यह ऑर्गेनाइजेशन जिम्मेवार सी, ये अहदेदार जिम्मेवार सन। सिविल एडमिनिस्ट्रेशन का फेलियर दसिया होना, क्योंकि साडे SSP गिल साहब सन, उन्होंने ते बाकी DC दी आपसी स्टेटमेंट कोरिलेट कंट्राडिक्ट कर दिया सन। कोई कहता सी एडिशनल डिप्लॉयमेंट की, दूसरा कहता नहीं सी रूटीन डिप्लॉयमेंट सी, वो भी कंट्राडिक्शन रही। सो रिस्पांसिबिलिटी नहीं फिक्स हुई। एक तो अफसोस सानू हो रहा भाई सिखा किसी खाते च लिया। अज अगर जानवर भी मरदा, अगर पैट भी किसी का मरदा तो सुप्रीम कोर्ट की रूलिंग उसते भी कि उसते भी लोगों को बुक किया जाएगा, जिस लाखों के पिछे भेजा जाएगा, क्योंकि दे हैव आल्सो दे हैव द राइट टू लिव इन दिस वर्ल्ड। लेकिन सिखा के कातलों अज तक नहीं पकड़िया गया। उसके बाद रमन जी एक दो जगह भी आया, 12 लोग जिले उत्थे मरे, हॉस्पिटल में फिर वारदात हुई। उस संस्था के लोग हॉस्पिटल गए SMGS भाई जिहड़े लोगों का इलाज चल रहा सी, ऑक्सीजन लगी सी, उन्होंने ग्लूकोज लग्या सी, हॉस्पिटल गए, उन्होंने ऑक्सीजन दी पाइपां कढ़ियां, सिलेंडर चुके सुटे, ग्लूकोज डिपसेट उतारे, उन्होंने सुटिया तो डॉक्टरों को थप्पड़ मारे भाई तुसीं इन्हां दा इलाज क्यों कर रहे हो। ऐसी वारदात हुई तो सरकार अपने स्टेटमेंट कहती है असं अद्धा घंटे के अंदर कंट्रोल कर लिया। 2 लोगों को बुलेट शॉट लगे, किसी ने भी अज तक दसिया भाई बुलेट शॉट कितने सन, पुलिस ने मारे या किसी गुंडा मिसक्रेंट्स ने मारे, नहीं दसिया। सो इस करके ऐसी चीज़ां 14 लोग मारे गए, 209 खोखे तो दुकाना चलाइया गई, 120 गड्डियां, स्कूटर, मोटरसाइकिल, ऑटो, स्कूटर चलाए गए, 48 लोग इंजर्ड होए। तो मैं समझदा ये चीज़ां हुई, अज तक सानू इंसाफ नहीं मिलिया। ਤੇ ਵੀਰ ਜੀ ਜਿਸ ਤਰ੍ਹਾਂ ਦੇ ਨਾਲ ਇਸ ਪੂਰੇ ਡਾਟਾ ਦੇ ਨਾਲ ਤੁਸੀਂ ਇਹ ਦੱਸ ਰਹੇ ਹੋ, ਲੇਕਿਨ ਮੈਨੂੰ ਨਾ ਕੁਝ ਦਿਨ ਪਹਿਲਾਂ ਹੀ ਕਿਸੇ ਇੰਟਰਵਿਊ ਦੇ ਦੌਰਾਨ ਇਹ ਗੱਲ ਸੁਣਨ ਨੂੰ ਮਿਲੀ ਸੀਗੀ ਕਿ ਜੇਕਰ ਜਿੱਦਾਂ ਤੁਹਾਨੂੰ ਕੀ ਲੱਗਦਾ ਇਸ ਸਮੇਂ ਜਿਹੜੀ ਗਵਰਨਮੈਂਟ ਹੈ ਤੁਹਾਨੂੰ ਇਨਸਾਫ ਦੀ ਉਮੀਦ ਹੈ, ਕਿਉਂਕਿ ਕਹਿੰਦੇ ਨੇ ਸਾਡਾ ਜਿਹੜਾ ਗਵਰਨਰ ਰੂਲ ਹੈ ਉਹ ਵੀ ਸੈਂਟਰ ਗਵਰਨਮੈਂਟ ਦਾ, ਜਿਹੜੀ ਸੈਂਟਰ ਸਰਕਾਰ ਹੈ ਉਹ ਦੋਨੋਂ ਮਤਲਬ ਕਿ ਰੂਲ ਸਾਡੀ JNK ਦੇ ਵਿੱਚ ਉਹਨਾਂ ਦਾ ਹੀ ਹੈ ਜਿਹੜੀ ਮੌਜੂਦਾ ਸੈਂਟਰ ਦੇ ਵਿੱਚ ਸਰਕਾਰ ਹੈ, ਔਰ ਇਹ ਸਾਡੀ ਖੁਸ਼ਕਿਸਮਤੀ ਹੈ। ਇਹ ਕਿਹਾ ਗਿਆ ਕਿ ਸਾਡੀ ਖੁਸ਼ਕਿਸਮਤੀ ਹੈ। ਤੁਹਾਨੂੰ ਲੱਗਦਾ ਕਿ ਇਸ ਖੁਸ਼ਕਿਸਮਤੀ ਦੇ ਵਿੱਚ 34 ਸਾਲਾਂ ਦੀ ਇਸ ਘਟਨਾ ਦਾ ਇਨਸਾਫ ਮਿਲੇਗਾ? ਜੀ ਮੈਂ 2019 ਦੀ ਗੱਲ ਕੀਤੀ ਸੀ ਨਾ, ਜਦੋਂ 30 ਸਾਲ ਹੋ ਗਏ ਸੀ, ਮੈਂ ਪ੍ਰੈਸ ਕਾਨਫਰੰਸ ਕੀਤੀ। ਇਹ ਚਿੱਠੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਇਹ ਚਿੱਠੀ ਮੈਂ ਰਾਜਨਾਥ ਸਿੰਘ ਜੀ ਨੂੰ ਲਿਖੀ। ਇਹ ਚਿੱਠੀ ਦੀ ਡੇਟ, ਇਹ ਚਿੱਠੀ ਅਸੀਂ ਲਿਖੀ 13 ਜਨਵਰੀ 2019 ਨੂੰ ਰਾਜਨਾਥ ਸਿੰਘ ਨੂੰ ਲਿਖੀ। ਇਹ ਉਹਦੀ ਰਸੀਟ ਵੀ ਨਾਲ ਲੱਗੀ ਹੈ, ਉਹਦੀ ਰਸੀਟ ਲੱਗੀ ਹੈ। ਰਮਨ ਜੀ ਰਾਜਨਾਥ ਸਿੰਘ ਦੇ ਉਤੋਂ ਮਿਨਿਸਟਰੀ ਆਫ ਹੋਮ ਅਫੇਅਰਸ ਵਿੱਚੋਂ ਇਹ ਪੂਰੀਆਂ ਮੈਂ ਪ੍ਰੈਸ ਕਟਿੰਗਾਂ ਮੀਡੀਆ ਦੀਆਂ ਸਾਰੀਆਂ ਨਾਲ ਭੇਜੀਆਂ। ਉਹਦੇ ਬਾਅਦ ਰਮਨ ਜੀ ਉੱਥੋਂ ਕੀ ਹੋਇਆ ਕਿ ਉਹਨਾਂ ਨੇ ਲੈਟਰ, ਇਹ ਜੋ ਲੈਟਰ ਹੋਮ ਮਿਨਿਸਟਰੀ ਤੋਂ ਜੰਮੂ ਰੈਵਨਿਊ ਸੈਕਟਰੀ ਨੂੰ ਲਿਖੀ ਗਈ, ਪ੍ਰਾਈਵੇਟ ਸੈਕਟਰੀ ਟੂ ਗਵਰਨਰ ਨੂੰ ਲਿਖੀ ਗਈ, ਉਹਨਾਂ ਬੜੀ ਅੱਛੀ ਡਾਇਰੈਕਸ਼ਨ ਦਿੱਤੀ। ਉਹਨੇ ਕਿਹਾ ਇਹ ਭੇਜੀਏ ਵਿਦ ਰਿਕੁਐਸਟ ਫॉर ਪਾਸਿੰਗ suitable directions to the concerned authorities for taking appropriate action in the matter expeditiously। ਭਾਈ ਜਲਦੀ ਤੋਂ ਜਲਦੀ, ਜਿੰਨੀ ਜਲਦੀ ਹੋ ਸਕਦਾ ਇਹਦੇ ਤੇ ਐਕਸ਼ਨ ਲੈ ਕੇ ਤੇ ਸਾਨੂੰ ਵੀ ਅਪਡੇਟ ਕੀਤਾ ਜਾਏ। ਰਮਨ ਜੀ ਤੁਸੀਂ ਯਕੀਨ ਕਰੋਗੇ ਕਿ ਇਹ ਫਾਈਲ ਅੱਜ 3 ਸਾਲ ਤੋਂ ਸੈਕਟਰੀ ਦੇ ਵਿੱਚ, ਇਹ ਤੁਹਾਨੂੰ ਦੱਸਾਂਗਾ, ਇਹ ਜਿਹੜੀ ਫਾਈਲ ਦੱਸਾਂ ਅਸੀਂ ਉਹਨਾਂ ਨੇ ਕਿਹਾ ਸੀ
ਕਿ ਤਲਵਾੜੇ ਦੇ ਵਿੱਚ ਜੋ 17 ਲੋਕੀ ਮਾਰੇ ਗਏ ਰਮਨ ਜੀ, 17 ਲੋਕਾਂ ਨੂੰ 3,70,000 ਰੁਪਇਆ ਰਸਤੀ ਗਵਰਨਮੈਂਟ ਨੇ ਦਿੱਤਾ ਸੀ, ਸਟੇਟ ਗਵਰਨਮੈਂਟ ਨੇ। ਤੇ ਜਦੋਂ ਬੀਜੇਪੀ ਸਰਕਾਰ ਆਈ ਇਹਨਾਂ ਨੇ 5-5 ਲੱਖ ਦੇ ਚੈੱਕ ਹੋਰ ਭੇਜੇ, ਯਾਨੀ ਕਿ 8,70,000 ਹੀ ਬੰਦੇ ਨੂੰ ਮਿਲਿਆ। ਮੈਂ ਉਸੇ ਬੇਸ ਤੇ ਹੋਮ ਮਿਨਿਸਟਰ ਸਾਹਿਬ ਨੂੰ ਲੈਟਰ ਲਿਖੀ ਸੀ, ਭਾਈ ਇਹਦੇ ਵਿੱਚ ਡਿਸਪੈਰਿਟੀ ਕਿਉਂ ਹੈ? ਉਹਨਾਂ ਨੂੰ 8,70,000 ਮਿਲਿਆ, ਇਹਨਾਂ ਨੂੰ 1 ਲੱਖ ਸਿਰਫ ਕਿਉਂ ਮਿਲਿਆ? ਜਦ ਇਨਕੁਆਇਰੀ ਹੋਈ ਇੱਥੇ ਡੀਸੀ ਮੈਡਮ ਨੇ ਮੈਨੂੰ ਬੁਲਾਇਆ, ਸੁਸ਼ਮਾ ਚੌਹਾਨ ਸੀ, ਡਿਵੀਜ਼ਨ ਕਮਿਸ਼ਨਰ ਨਾਲ ਗੱਲ ਹੋਈ, ਉਹਨਾਂ ਸਾਰੇ ਫੈਕਟਸ ਚੈੱਕ ਕੀਤੇ ਤਾਂ ਉਹਨੇ ਕਿਹਾ ਠੀਕ ਹੈ ਜੀ ਉਹਨੂੰ 1 ਲੱਖ ਹੀ ਮਿਲਿਆ। ਇਹਦੇ 2 ਕੰਪੋਨੈਂਟ ਸੀ। ਅੰਸਾਰੀ ਕਮਿਸ਼ਨ ਨੇ ਗੱਲ ਕਹੀ ਸੀ ਭਾਈ ਇਹਨਾਂ ਲੋਕਾਂ ਨੂੰ, ਉਹਦੀ ਰਿਕਮੈਂਡੇਸ਼ਨ ਸੀ ਇਹਨਾਂ ਲੋਕਾਂ ਨੂੰ ਡਿਊ ਕੰਪਨਸੇਸ਼ਨ ਦਿੱਤਾ ਜਾਏ, ਜਿਨ੍ਹਾਂ ਦਾ ਮਾਲੀ ਨੁਕਸਾਨ ਹੋਇਆ 100% ਕਲੇਮ ਦਿੱਤਾ ਜਾਏ। ਤਾਂ ਰਮਨ ਜੀ 100% ਕੀ ਦੇਣਾ ਸੀ? ਜਿਹਦਾ 10 ਲੱਖ ਨੁਕਸਾਨ ਹੋਇਆ ਸੀ ਇਹਨਾਂ ਸਿਰਫ 10% ਦਿੱਤਾ, ਜਿਹਦਾ 15 ਲੱਖ ਹੋਇਆ ਸੀ ਇਹਨਾਂ ਨੂੰ 1.5 ਲੱਖ ਦਿੱਤਾ। ਅੰਸਾਰੀ ਕਮਿਸ਼ਨ ਦੀ ਤੁਸੀਂ ਕੋਈ ਵੀ ਗੱਲ ਨਹੀਂ ਮੰਨੀ ਤੇ ਫਿਰ ਅੰਸਾਰੀ ਕਮਿਸ਼ਨ ਦਾ ਗਠਨ ਕਿਉਂ ਕੀਤਾ ਸੀ? ਅੰਸਾਰੀ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਪੜ੍ਹ ਲਓ, ਉਹਨੇ ਲਿਖਿਆ ਇਹਨਾਂ ਨੂੰ ਕਲੇਮ ਦਿੱਤਾ ਜਾਏ, 100% ਕਲੇਮ ਦਿੱਤਾ ਜਾਏ। ਕਈ ਸਾਡੇ ਸਰਦਾਰ ਵੀਰ ਸਨ ਜਿਹਨਾਂ ਦੁਕਾਨਾਂ ਸੜੀਆਂ, 33 ਲੱਖ ਦਾ ਮਾਲ ਅੰਦਰ ਚੱਲ ਗਿਆ, ਉਹਨਾਂ ਨੂੰ 3 ਲੱਖ ਰੁਪਏ ਮਿਲਿਆ। ਇਹ ਕਿੱਥਾ ਇਨਸਾਫ ਆ? ਫਿਰ ਤੁਸੀਂ ਅੰਸਾਰੀ ਕਮਿਸ਼ਨ ਦਾ ਗਠਨ ਕਰਨ ਦਾ ਮਕਸਦ ਸੀ, ਤੁਸੀਂ ਇੱਕ ਵੀ ਗੱਲ ਉਹਦੀ ਨਹੀਂ ਮੰਨੀ। ਔਰ ਅਮਨ ਜੀ ਜਦ ਫਿਰ ਉੱਥੋਂ ਸਾਰੀਆਂ ਗੱਲਾਂ ਹੋਈਆਂ, ਡੀਸੀ ਸਾਹਿਬ ਕਹਿਣ ਲੱਗੇ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ ਹੈ। ਇਹ ਇਨਫੋਰਮੇਸ਼ਨ ਹੈ ਕਿ 14 ਲੋਕੀ ਮਰੇ ਸਨ, 1 ਲੱਖ ਮਿਲਿਆ। ਮੈਂ ਕਿਹਾ ਤੁਸੀਂ ਫਿਲਹਾਲ ਇਹ ਦਿਓ, ਪ੍ਰਾਪਰਟੀ ਦਾ ਜੋ ਉਹ ਰਹਿਣ ਦਿਓ ਪੈਂਡਿੰਗ, ਫਿਲਹਾਲ ਇਹ ਦਿਓ। ਰਮਨ ਜੀ ਲੈਟਰਾਂ ਮੇਰੇ ਕੋਲ ਪਈਆਂ, ਪੂਰੀ ਰਿਪੋਰਟ ਬਣਾ ਕੇ ਡੀਸੀ ਤੇ ਡਿਪਕਾਮ ਨੇ ਡਿਜ਼ਾਸਟਰ ਮੈਨੇਜਮੈਂਟ ਭੇਜਤੀ। ਡਿਜ਼ਾਸਟਰ ਮੈਨੇਜਮੈਂਟ ਵਿੱਚ ਉਹ ਕਹਿੰਦੇ ਜੀ ਸਾਨੂੰ ਪਰਟੇਨ ਨਹੀਂ ਕਰਦਾ, ਡਿਜ਼ਾਸਟਰ ਮੈਨੇਜਮੈਂਟ ਦੇਖਦਾ ਜੋ ਨੇਚਰਲ ਕੈਲੈਮਿਟੀ ਹੁੰਦੀ ਹੈ, ਇਹ ਸਿਕਿਉਰਿਟੀ ਰਿਲੇਟਡ ਹੈ, ਇਹ ਅਸੀਂ ਨਹੀਂ ਕਰਦੇ। ਸਾਲ ਫਾਈਲ ਉੱਥੇ ਰਹੀ, ਸਿਮਰਨਦੀਪ ਜੀ ਕਮਿਸ਼ਨਰ ਸਨ, ਕਰੋਨਾ ਆ ਗਿਆ, ਸਾਲ ਫਾਈਲ ਪਈ ਰਹੀ, ਕੋਈ ਐਕਸ਼ਨ ਨਹੀਂ ਹੋਇਆ। ਉਹਦੇ ਬਾਅਦ ਉਹਨਾਂ ਰੈਵਨਿਊ ਸੈਕਟਰ ਨੂੰ ਭੇਜ ਛੜੀ, ਰੈਵਨਿਊ ਡਿਪਾਰਟਮੈਂਟ ਨੇ 5-6 ਮਹੀਨੇ ਰੱਖੀ, ਕਹਿੰਦੇ ਸਾਨੂੰ ਪਰਟੇਨ ਨਹੀਂ ਕਰਦੀ। ਮੈਂ ਰੈਵਨਿਊ ਸੈਕਟਰ ਨੂੰ ਮਿਲਿਆ, ਮੈਂ ਸਿਮਰਨਦੀਪ ਜੀ ਨੂੰ ਮਿਲਿਆ, ਉਹਦੇ ਬਾਅਦ ਉਹਨਾਂ ਨੇ ਦੁਬਾਰਾ ਹੋਮ ਕਮਿਸ਼ਨ ਨੂੰ ਭੇਜ ਛੜੀ। ਤੇ ਗੋਇਲ ਸਾਹਿਬ ਮੇਰੀ ਜਾਣ ਪਛਾਣ ਦੇ ਸੀ, ਮੈਂ ਉਹਨਾਂ ਕੋਲ ਵੀ ਜਾ ਕੇ ਦਰਖਾਸਤ ਕੀਤੀ। ਉਹ ਕਹਿੰਦੇ ਇਸ਼ੂ ਬੜਾ ਸੀਰੀਅਸ ਹੈ, ਕਰਨਾ ਚਾਹੀਦਾ, ਲੇਕਿਨ ਸਾਨੂੰ ਪਰਟੇਨ ਨਹੀਂ ਕਰਦਾ। ਉਹਨਾਂ ਨੇ ਫਿਰ ਕਰਕੇ ਇਹਦੇ ਜੀਆਈਡੀ ਭੇਜ ਛੜਿਆ। ਜੀਆਈਡੀ ਦੀ ਵੀ ਜੀ ਜੋ ਕਮਿਸ਼ਨਰ ਸਨ द्विवेदी साहब, मनोज द्विवेदी, वो भी मेरे जान पहचान दे सन क्योंकि जम्मू डीसी रह चुके हैं। उन्होंने भी गल की, उन्होंने भी 2-4 महीने रखी, फिर दोबारा रेवन्यू को आ गई। मैं 4-3 साल लग गए, 3 सालों में साडे ब्यूरोक्रेट्स ये डिसाइड नहीं कर पा रहे कि इस फाइल का डिस्पोजल कौन करेगा। तो होम मिनिस्ट्री लैटर लिखा सी एज एक्सपीडिशियसली एज पॉसिबल, जिन्नी जल्दी कर सकते हो करो। ये तो सिखों इंसाफ मिलना कि सिखा ने इंसाफ की तुसा की देना, ये तो लभदा तुहाडी कार्रवाई तो। यह गल मैं LG साहब की नॉलेज भी लियांदी 1.5 साल पहले, LG साहब साडा केस फाइल पेंडिंग पे दी है, तो LG साहब भी दिलासे तो रोज सारे देंदे रहे, लेकिन दिता की है और सारे नूं पता। तो ये चीज भी अगर नहीं कर सके, एक मेगर जिहा अमाउंट है रमन जी, किसी भी कम्युनिटी नूं हीलिंग टच के तहत 1 करोड़ रुपए अगर अमाउंट देना पवे, कुछ भी नहीं होता। तुसीं 20,000 की बजट रोज अनाउंस करते हो, पूरे पूरे पेपरों की एडवरटाइजमेंट देते हो, 10,000 करोड़ आ गया, 20,000 करोड़ आ गया। सिखां नूं जो ਅਸੀਂ ਇਹ ਵੀ ਫਿਰ ਕਹਿੰਦੇ ਆ ਬਾਰ-ਬਾਰ, ਸਿੱਖ ਭੀਖ ਨਹੀਂ ਮੰਗਦਾ, ਲੇਕਿਨ ਅਗਰ ਸਿੱਖ ਦੇ ਹੋਣ ਦੇ ਨਾਤੇ ਮੈਂ ਕਹਿੰਦਾ ਅਗਰ ਸਾਡਾ ਡਿਊ ਰਾਈਟ ਬਣਦਾ, ਬਾਕੀ ਤੁਸੀਂ ਰਾਈਟਸ ਵਿਕਟਮ ਨੂੰ 10 ਲੱਖ ਦਿੰਦੇ ਹੋ ਜਾਂ 8 ਲੱਖ ਦਿੰਦੇ ਹੋ, ਤੇ ਸਿੱਖਾਂ ਨੂੰ 1 ਲੱਖ ਕਿਉਂ? ਇਹਨਾਂ ਨੂੰ ਉਹਦਾ ਬਰਾਬਰ ਕਿਉਂ ਨਾ ਦਿੱਤਾ ਜਾਵੇ? ਅਸੀਂ ਜੋ ਲੈਜਿਸਲੇਟਿਵ ਡਿਊ ਰਾਈਟ ਉਹਨਾਂ ਦਾ ਅਸੀਂ ਉਹ ਮੰਗਿਆ, ਤੁਸੀਂ ਉਹ ਵੀ ਸਾਨੂੰ ਦੇ ਕੇ ਰਾਜ਼ੀ ਨਹੀਂ। ਫਿਰ ਕਹਿੰਦੇ ਜੀ ਸਬਕਾ ਸਾਥ ਸਬਕਾ ਵਿਸ਼ਵਾਸ, ਕਿੱਥੋਂ ਸਾਬਤ ਹੋਏਗਾ ਸਬਕਾ ਸਾਥ ਸਬਕਾ ਵਿਸ਼ਵਾਸ? ਬਿਲਕੁਲ ਨਹੀਂ। ਬਿਲਕੁਲ ਫਿਰ ਕਹਿ ਦਿਆਂ ਲਿਪਾਪੋਤੀ ਕੀਤੀ ਜਾਂਦੀ ਹੈ ਸੈਂਟਰਲ ਲੈਵਲ ਤੇ। ਠੀਕ ਹੈ ਜੀ, ਅਸੀਂ ਕਰਤਾਰਪੁਰ ਕਾਰੀਡੋਰ ਖੋਲਿਆ, ਅਸਾਂ ਮੁਬਾਰਕ ਵਧਾਈ ਦਿੱਤੀ ਪ੍ਰਧਾਨ ਮੰਤਰੀ ਸਾਹਿਬ ਨੂੰ। ਤੁਸੀਂ ਕਿਹਾ ਜੀ ਸਾਹਿਬ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾਇਆ, ਤੁਹਾਨੂੰ ਵਧਾਈ ਦਿੱਤੀ। 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ਮਨਾਇਆ, ਵਧਾਈ ਦਿੱਤੀ। ਲੇਕਿਨ ਜੋ ਅੰਦਰ ਖਾਤੇ ਸਟੇਟਾਂ ਦੇ ਵੀ ਸਾਡਾ ਜ਼ਿਆਦਤੀਆਂ ਹੋ ਰਹੀਆਂ ਨੇ, ਉਹ ਕੌਣ ਦੇਖੇਗਾ? ਜਾਂ ਤਾਂ ਤੁਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਕਰਦੇ ਹੋ ਭਾਈ ਅਸੀਂ ਮਾਈਨੋਰਿਟੀ ਨੂੰ ਬੜੀ ਹਿਫਾਜ਼ਤ ਕਰਦੇ ਹਾਂ। ਇਹ ਸਾਡੀ ਹਿਫਾਜ਼ਤ ਕਿੱਥੇ ਗਈ? 14 ਲੋਕ ਮਾਰੇ ਗਏ ਸਨ, ਕਿਤਨੇ ਮਾਰੇ, ਕਿਹਦੀ ਜ਼ਿੰਮੇਵਾਰੀ ਹੈ? ਇਹ ਕੌਣ ਫਿਕਸ ਕਰੇਗਾ? ਇਸ ਤੋਂ ਆਉਣ ਵਾਲੇ ਦਿਨਾਂ ਨੂੰ ਕੱਲ ਕਦੇ ਹੋਰ ਹੋਏਗਾ ਤੇ ਸਾਡੇ 10 ਵੀ ਮਾਰੇ ਜਾਣ, 20 ਵੀ ਮਾਰੇ ਜਾਣ, ਕੋਈ ਪੁੱਛਗਿੱਛ ਨਹੀਂ ਹੋਏਗੀ। ਉਹ ਜਾਂ ਦਿੱਲੀ 'ਚ ਹੋਇਆ, ਉਹ ਜਾਂ ਕਾਨਪੁਰ 'ਚ ਹੋਇਆ, ਉਹ ਜਾਂ ਬੁਖਾਰੋ 'ਚ ਹੋਇਆ, ਉਹ ਜਾਂ श्रीनगर 'ਚ ਹੋਇਆ, ਉਹ ਜਾਂ ਜੰਮੂ 'ਚ ਹੋਇਆ, ਸਾਡੇ ਕਾਤਲ ਆਖਰ ਕਦ ਪਕੜ ਹੋਣਗੇ? ਅਸੀਂ ਕਦੋਂ ਸਮਝਾਂਗੇ? ਸਰਕਾਰ ਆਰਟੀਕਲ 21 ਕਹਿੰਦਾ ਸਰਕਾਰ ਦੀ ਜ਼ਿੰਮੇਵਾਰੀ ਹੈ ਆਪਣੇ ਸ਼ਹਿਰੀਆਂ ਦੀ ਹਿਫਾਜ਼ਤ ਕਰਨੀ, ਜਾਨੋ ਮਾਲ ਦੀ ਹਿਫਾਜ਼ਤ ਕਰਨੀ। ਤੁਸੀਂ ਕੀ ਹਿਫਾਜ਼ਤ ਕੀਤੀ ਸਾਰੀ? ਜਦੋਂ ਜਿੱਦਾਂ ਜ਼ਰੂਰਤ ਪਈ ਤੁਸੀਂ ਸਰਕਾਰ ਫੇਲੀਅਰ ਹੋ ਗਈ, ਚਾਹੇ ਜੰਮੂ ਕਸ਼ਮੀਰ ਦੀ ਹੋਵੇ, ਚਾਹੇ ਦਿੱਲੀ ਦੀ ਹੋਵੇ, ਚਾਹੇ ਕਿਸੇ ਵੀ ਪਾਰਟੀ ਦੀ ਹੋਵੇ। ਸਾਨੂੰ ਇਨਸਾਫ ਕੋਈ ਨਹੀਂ ਦੇ ਪਾਇਆ। ਅੱਜ ਵੀ ਸਾਡੇ ਸੇ ਮਜ਼ਾਕ ਬਣ ਕੇ ਰਹਿੰਦਾ। ਸਾਡੇ ਕਾਤਲਾਂ ਨੂੰ ਕਿਸੇ ਨੇ ਪਕੜਨ ਦੀ ਕੋਸ਼ਿਸ਼ ਨਹੀਂ ਕੀਤੀ, ਚਾਹੇ ਉਹ ਨੈਸ਼ਨਲ ਕਾਨਫਰੰਸ ਹੀ ਹੋਵੇ, मैं उन्होंने स्पेयर नहीं करांगा। अब्दुल फारूक साहब सन मौजूद चीफ मिनिस्टर, कहते जी मुझे 3 घंटे के बाद किसी ने बताया सेक्रेटरीट से बाहर खिड़की से देखा बाहर धुआं उठ रहा था, तो मुझे पूछा पता किया, तो कहते जी ऐसे बात हो गई है। मैं इतनी ज्यादा सिंसियरिटी क्या मैं सीरियसनेस सी ते अफसोस होता साडा कोई भी नहीं रहा। और अमन जी हमेशा मैं शुरू तो कहना सानू हर गल के लिए जदोजहद करनी पई, चाहे मुगलों का दौर आ, चाहे अंग्रेजों का दौर आ, चाहे किसी भी पार्टी का दौर आ, सानू इंसाफ लैण दे लिए भी अपनी स्ट्रगल करनी पई।
ਔਰ ਲੱਗਦਾ ਸਰਕਾਰ ਵੀ ਸਮਝਦੀ ਹੈ ਕਿ ਹਮੇਸ਼ਾ ਸ਼ਹਾਦਤਾਂ ਦੇਣ ਦਿਆ ਹੋਰ 2-4-5 ਸ਼ਹਾਦਤਾਂ ਹੋ ਜਾਂਦੇ ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ। ਇਸ ਮੌਜੂਦਾ ਆਜ਼ਾਦ ਹਿੰਦੁਸਤਾਨ ਦੇ ਵਿੱਚ ਹੀ ਅਗਰ ਸਾਨੂੰ ਹਰ ਗੱਲ ਲੜ ਕੇ ਲੈਣੀ ਪੈਗੀ, ਸ਼ਹਾਦਤਾਂ ਦੇ ਕੇ ਲੈਣੀ ਪੈਗੀ, ਫਿਰ ਅਸੀਂ ਕਿੱਥੋਂ ਸਮਝੀਏ ਅਸੀਂ ਆਜ਼ਾਦ ਹਾਂ? ਫਿਰ ਅਸੀਂ ਸਰਕਾਰਾਂ ਨੂੰ ਕਿੱਥੇ ਸਮਝੀਏ ਕਿ ਸਾਨੂੰ ਇੱਕ ਨੰਬਰ ਦਾ ਸ਼ਹਿਰੀ ਮੰਨਦੇ ਹਨ? ਅੱਜ ਵੀ ਮੈਂ ਸਮਝਦਾ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਟ੍ਰੀਟ ਕੀਤਾ ਜਾਂਦਾ, ਤਦੇ ਸਾਡੇ ਨਾਲ ਐਸਾ ਸਲੂਕ ਹੁੰਦਾ। ਤੇ ਦੂਸਰੀ, ਮੈਂ ਬਾਰ-ਬਾਰ ਇਹ ਚੀਜ਼ਾਂ ਕਹਿਣਾ, ਮੁਬਾਰਕ ਉਹਨਾਂ ਸਾਡੇ ਸਿੱਖ ਵੀਰਾਂ ਨੂੰ ਜੋ ਬੀਜੇਪੀ ਦੇ ਵਿੱਚ ਹਰ ਸ਼ਖਸ ਨੂੰ ਆਜ਼ਾਦੀ ਹੈ ਵੀ ਕਿਸੇ ਪਾਰਟੀ ਜਾ ਸਕਦਾ, ਲੇਕਿਨ ਕਮ ਸੇ ਕਮ ਅਗਰ ਤੁਸੀਂ ਐਜ਼ ਸਿੱਖ ਗਏ ਹੋ, ਤੁਹਾਨੂੰ ਮੈਂ ਕਹਿਣਾ ਪੁੱਛੋ, ਸਾਰੇ ਸਵਾਲ ਪੁੱਛੋ ਆਪਣੀ ਪਾਰਟੀ ਦੇ ਵਰਕਰਾਂ ਨੂੰ, ਆਪਣੇ ਅਹੁਦੇਦਾਰਾਂ ਨੂੰ ਸਵਾਲ ਪੁੱਛੋ ਕਿ ਸਾਡੇ ਨਾਲ ਬੇਇਨਸਾਫੀਆਂ ਕਿੱਥੋਂ। ਨਹੀਂ ਤਾਂ ਰਮਨ ਜੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਹਰ ਜਗ੍ਹਾ ਹਰ ਚੌਕ ਹੀ ਖੜੇ ਹੋ ਕੇ ਇਹ ਚੀਜ਼ਾਂ ਬੋਲਾਂਗਾ, ਪਰ ਸਾਡੇ ਨਾਲ ਬੇਇਨਸਾਫੀਆਂ ਕਿਉਂ ਅਸੀਂ ਕਿਸੇ ਨੂੰ ਵੋਟ ਪਾਈਏ, ਕਿਉਂ ਇੱਕ ਪਾਰਟੀ ਨੂੰ ਵੋਟ ਪਾਵਾਂਗੇ? ਸਾਨੂੰ ਜਿਸ ਨੇ ਕਦੇ ਇਨਸਾਫ ਨਹੀਂ ਦਿੱਤਾ ਤੇ ਅਸੀਂ ਉਹਦਾ ਕਿਸ ਤਰ੍ਹਾਂ ਉਹਨੂੰ ਵੋਟ ਪਾਈਏ, ਕਿਉਂ ਕਹਿ ਕੇ ਵੋਟ ਪਾਈਏ? ਇਸ ਕਰਕੇ ਆਓ ਸਭ ਤੋਂ ਪਹਿਲੇ ਆਪਣੀ ਦੇਸ਼ ਬਿਲਕੁਲ ਸੁਪਰੀਮ ਹੈ, ਲੇਕਿਨ ਆਪਣੀ ਕਮਿਊਨਿਟੀ ਕੱਲ੍ਹ ਨੂੰ ਸੁਪਰੀਮ ਹੈ। ਅਸੀਂ ਮਾਨਵਤਾ ਦੇ ਲਈ ਕੰਮ ਕਰ ਰਹੇ ਹਾਂ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ, ਲੇਕਿਨ ਜਿੱਥੇ ਆਪਣੀ ਕਮਿਊਨਿਟੀ ਦੀ ਵਾਰੀ ਆਉਂਦੀ ਹੈ ਉਹਦੇ ਲਈ ਵੀ ਸਾਨੂੰ ਖੜੇ ਹੋਣਾ ਪਏਗਾ, ਵਰਨਾ ਸਾਨੂੰ ਸਿੱਖ ਖਵਾਉਣ ਦਾ ਕੋਈ ਹੱਕ ਨਹੀਂ ਕਿ ਅਗਰ ਅਸੀਂ ਕਿਸੇ ਪਾਰਟੀ 'ਚ ਰਹਿ ਕੇ ਆਪਣੇ ਸਿੱਖ ਹਿੱਤਾਂ ਦੀ ਗੱਲ ਨਾ ਕਰ ਸਕੀਏ। ਤੁਹਾਨੂੰ ਕਦੇ ਨਹੀਂ ਕਹਿੰਦੇ ਭਾਈ ਸਿੱਖਾਂ ਨੂੰ 10 ਲੱਖ ਦਵਾ ਦਿਓ, 20 ਲੱਖ ਦਵਾ ਦਿਓ। ਅਸੀਂ ਕਹਿੰਦੇ ਹਾਂ ਸਾਨੂੰ ਇਨਸਾਫ ਦਵਾਇਆ ਜਾਏ, ਸਾਡੇ ਕਾਤਲਾਂ ਨੂੰ ਪਕੜਿਆ ਜਾਏ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਤਾਂ ਸਾਨੂੰ ਲੱਗੇਗਾ ਦੇਸ਼ ਸਾਡਾ ਹੈ, ਇਹ ਸਾਡੇ ਜੋ ਸਰਕਾਰ ਹੈ ਸਾਡੀ ਹੈ। ਵਰਨਾ ਅਸੀਂ ਅੱਜ ਵੀ ਕਹਾਂਗੇ ਅੰਗਰੇਜ਼ਾਂ ਤੇ ਮੁਗਲਾਂ ਤੇ ਤੁਹਾਡੇ 'ਚ ਫਿਰ ਕੋਈ ਫਰਕ ਨਹੀਂ ਦਿਆ। ਇਨਸਾਫ ਉਹਨਾਂ ਨੂੰ ਨਹੀਂ ਦਿੱਤਾ, ਬੱਚੇ ਸ਼ਹੀਦ ਕਰਤੇ, ਨੀਹਾਂ ਚਿਣ ਦਿੱਤੇ, 2 ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਲੇਕਿਨ ਫਿਰ ਵੀ ਮਿਲਿਆ ਸਾਨੂੰ ਕੁਝ ਨਹੀਂ। ਅੱਜ ਦੀਆਂ ਮੌਜੂਦਾ ਸਰਕਾਰ ਦੇ ਦੌਰ 'ਚ ਸਾਡਾ ਡਿਸਕ੍ਰਿਮੀਨੇਸ਼ਨ ਜਾਰੀ ਹੈ, ਚਾਹੇ ਉਹ ਐਸੀ ਗੱਲਾਂ ਹੋਣ, ਰਾਈਟਸ ਲੈਣ ਦੀ ਗੱਲ ਹੋਏ, ਸਾਨੂੰ ਜਸਟਿਸ ਮਿਲਣ ਦੀ ਗੱਲ ਹੋਵੇ, ਜਾਂ ਸਾਡੀਆਂ ਜੋ ਡਿਮਾਂਡਸ ਹਨ, ਜੋ ਐਲਜੀ ਸਾਹਿਬ ਕੋਲ 2 ਸਾਲ ਪਈਆਂ ਰਹੀਆਂ, ਪਹਿਲਾਂ ਤਾਂ ਗੁੰਮ ਹੀ ਹੋ ਗਈਆਂ, ਪਤਾ ਨਹੀਂ ਕਿਹੜੀ ਡਸਟਬਿਨ ਰੱਖੀ ਦੀ ਹੈ ਜਿੱਥੇ ਚੁੱਕ ਕੇ ਉੱਥੇ ਪਾ ਛੱਡਦੇ ਹਨ ਤੇ ਲੋਕਾਂ ਨੂੰ ਖੁਸ਼ ਕਰਦੇ ਰਹਿੰਦੇ, ਕਦੇ ਕਦੇ ਬਸ ਬਹੁਤ ਜਲਦੀ ਤਿਆਰ ਹੋ ਤੁਹਾਨੂੰ ਦੇਣ ਲੱਗਾ। ਲੇਕਿਨ ਲੋਕਾਂ ਦੀ ਮਾਯੂਸੀ ਹੋਈ ਹੈ, ਲੋਕਾਂ ਦੀ ਬੜੀ ਰਿਜ਼ੈਂਟਮੈਂਟ ਹੈ, ਨੌਜਵਾਨਾਂ ਦੀ ਬੜੀ ਰਿਜ਼ੈਂਟਮੈਂਟ ਹੈ ਕਿ ਸਾਨੂੰ ਅੱਜ ਵੀ ਡਿਸਕ੍ਰਿਮੀਨੇਟਰੀ ਐਟੀਟਿਊਡ ਸਰਕਾਰ ਦਾ ਬੰਦ ਨਹੀਂ ਹੋਇਆ। ਜੀ ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਉਹਨਾਂ ਨੇ ਇਹ ਗੱਲ ਕਹੀ ਹੈ, ਕਿਉਂਕਿ ਸਵਾਲ ਇਹਨਾਂ ਨੂੰ ਮੈਂ ਇਹੀ ਪੁੱਛਿਆ ਸੀਗਾ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੁਣ ਮੌਜੂਦਾ ਸਰਕਾਰ ਹੈ, ਗਵਰਨਰ ਸਾਹਿਬ ਵੀ ਜਿਹੜੇ ਸੈਂਟਰ ਦੀ ਗਵਰਨਮੈਂਟ ਤੋਂ ਨੇ ਤੇ ਸੈਂਟਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਲੇਕਿਨ ਵੀਰ ਜੀ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਜੋ ਸਾਡੇ ਮਸਲੇ ਨੇ ਉਹ ਹੱਲ ਨਹੀਂ ਕੀਤੇ ਜਾਂਦੇ, ਤਾਂ ਅਸੀਂ ਸੋਚਾਂਗੇ ਕਿ ਸਾਡੇ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਹੈ ਜਿਹੜਾ ਹੋ ਰਿਹਾ ਹੈਗਾ ਵਾ, ਕਿਉਂਕਿ ਅਸੀਂ ਮਾਈਨੋਰਿਟੀ ਦੇ ਵਿੱਚ ਆ ਔਰ ਪਹਿਲਾਂ ਹੀ ਆਪਾਂ ਸੋਚਦੇ ਆ ਕਿ ਅਸੀਂ ਘੱਟ ਗਿਣਤੀ ਦੇ ਵਿੱਚ ਆ, ਫਿਰ ਘੱਟ ਗਿਣਤੀ ਵਾਲਿਆਂ ਨੂੰ ਫਿਰ ਮਹਿਸੂਸ ਕਰਵਾਇਆ ਜਾਂਦਾ ਕਿ ਤੁਸੀਂ ਮਾਈਕਰੋਸਕੋਪਿਕ ਮਾਈਨੋਰਿਟੀ ਹੋ, ਹਨਾ, ਤੁਸੀਂ ਬਹੁਤ ਹੀ ਜ਼ਿਆਦਾ ਘੱਟ ਗਿਣਤੀ ਦੇ ਵਿੱਚ ਹੋ, ਜਿਹੜੇ ਤੁਸੀਂ ਨਜ਼ਰ ਹੀ ਨਹੀਂ ਆ ਰਹੇ ਹੈਗੇ। ਤਾਂ ਲੇਕਿਨ ਇਹੋ ਜਿਹੀ ਚੀਜ਼ ਜੀ ਤੁਸੀਂ ਦੇਖੋਗੇ, ਇਹ ਫਾਈਲ ਦਾ ਤੁਸੀਂ ਸਾਈਜ਼ ਦੇਖ ਲੋਗੇ, मैं कितने सालों तो मैं इस मेहनत कर रही है, कितने सालों तो मैंने इश्यूज ते लगे मेहनत जारी रहेगी क्योंकि मेहनत करांगे, मेहनत हर साल जारी रखांगे। कितने मैं कोशिश कर रहा कि कितने अपने एडवोकेट ਨੂੰ ਪੁੱਛੀਏ ਕਿ ਅਸੀਂ ਜੁਡੀਸ਼ੀਅਲ ਇੰਟਰਵੈਂਸ਼ਨ ਲੈ ਸਕਦੇ ਹਾਂ ਸਰਕਾਰ ਕੋਲ, ਕਿਆ ਅਸੀਂ ਜੁਡੀਸ਼ੀਅਲ ਲੈਵਲ ਤੇ ਜਾ ਕੇ ਕੋਰਟ 'ਚ ਕਹਿ ਸਕਦੇ ਹਾਂ ਇੱਕ ਤੇ ਸਿਰ ਦਾ ਗਠਨ ਕੀਤਾ ਜਾਵੇ, ਜੋ ਇਹਨਾਂ ਲੋਕਾਂ ਨੇ ਕਾਂਡ ਕੀਤਾ ਉਹਨਾਂ ਦੇ ਖਿਲਾਫ ਸਾਜ਼ਿਸ਼, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਔਰ ਲੋਕਾਂ ਨੂੰ ਬੰਦਾ ਜੋ ਐਕਸਗ੍ਰੇਸ਼ੀਆ ਬਣਦੀ ਹੈ ਉਹਨਾਂ ਨੂੰ ਦਵਾਈ ਜਾਵੇ। ਕਿਉਂਕਿ ਸਰਕਾਰਾਂ ਕੋਲ ਅਸੀਂ ਕਰਕੇ ਦੇਖ ਬੈਠੇ ਹਾਂ, ਪਿਛਲੇ 2 ਸਾਲ ਤੋਂ ਸਿਨਹਾ ਸਾਹਿਬ ਕੋਲ ਜਾ ਕੇ ਦੇਖ ਬੈਠੇ ਹਾਂ, 14-15 ਡੈਲੀਗੇਸ਼ਨ ਗਏ ਤੇ ਕਿਸੇ ਨੂੰ ਹਾਸਲ ਕੋਈ ਨਹੀਂ ਹੋਇਆ। ਹਾਸਲ ਹੋਇਆ ਜਿੱਥੇ ਸਟੈਚੂ ਸਾਡਾ ਇੱਕ ਪਾਸ ਹੋਇਆ ਸੀ ਉਹ ਵੀ ਚੁੱਕ ਕੇ ਕਿਸੇ ਦੂਜੇ ਪਾਸੇ ਲੈ ਗਏ। ਇਹ ਸਾਨੂੰ ਐਲਜੀ ਸਾਹਿਬ ਦੇਣ ਆਏ ਸੀ, ਇਹਨਾਂ ਦਾ ਲੈਵਲ ਕੁਝ ਹੋਰ ਸੀ, ਸਾਡੀਆਂ ਮੰਗਾਂ ਮੰਨੀਆਂ ਸਨ। ਸਟੈਚੂ ਦੀ ਗੱਲ ਤਾਂ ਕੋਈ ਮੇਅਰ ਵੀ ਕਰ ਸਕਦਾ ਸੀ, ਸਟੈਚੂ ਦੀ ਗੱਲ ਤੇ ਜੀਐਮਸੀ ਕਮਿਸ਼ਨਰ ਵੀ ਕਰ ਸਕਦਾ ਸੀ। ਐਲਜੀ ਸਾਹਿਬ ਨੂੰ ਨਹੀਂ ਤਕਲੀਫ ਕਰਕੇ ਨਹੀਂ ਦੂਰ ਕਿਉਂ ਆਉਣਾ ਪਿਆ ਇੱਕ ਸਟੈਚੂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਕਰਨ ਕਰਕੇ? ਇਸ ਕਰਕੇ ਦਾ ਅਫਸੋਸ ਹੁੰਦਾ। ਪਰ ਨਹੀਂ, ਸਰਕਾਰਾਂ ਸੰਜੀਦਾ ਨਹੀਂ ਹਨ, ਨਾ ਹੀ ਸਰਕਾਰਾਂ ਨੇ ਭੇਜੇ ਹੋਏ। ਮੈਂ ਕਹਿੰਦਾ ਐਲਜੀ ਸਾਹਿਬ ਕੋਈ ਸਿੰਸੀਅਰ ਸਿੱਖਾਂ ਦੇ ਪ੍ਰਤੀ। ਬਿਲਕੁਲ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਕੰਮ ਕੀਤਾ ਸਰਦਾਰ ਬਲਵਿੰਦਰ ਸਿੰਘ ਜੀ ਹੋਣਾ ਨੇ, ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਇਹ ਜਿਹੜੇ ਮੇਰੇ ਹਾਰਡ ਵਰਕ, ਉਹਨਾਂ ਦੇ ਲਈ ਮੇਰੀ ਜੋ ਜੱਦੋ ਜਹਿਦ ਚੱਲ ਰਹੀ ਹੈ 1989 ਦਾ ਜੋ ਵੀ ਨਸਲਕੁਸ਼ੀ ਹੋਈ ਆ ਉਸ ਦੇ ਲਈ, ਸਿੱਖਾਂ ਦੇ ਲਈ ਜੋ ਮੈਂ ਜਦੋਜਹਿਦ ਕਰਦਾ ਆ ਰਿਹਾ ਉਹ ਜਾਰੀ ਰਹੇਗੀ। ਲੇਕਿਨ ਮੌਜੂਦਾ ਸਰਕਾਰਾਂ ਦੇ ਕੋਲੋਂ ਇਨਸਾਫ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ। ਇੱਕ ਉਮੀਦ ਦੀ ਕਿਰਨ ਜਾਗੀ ਸੀ, ਲੇਕਿਨ ਜਿੱਦਾਂ ਉਹਨਾਂ ਦੇ ਸਵਾਲਾਂ ਤੇ ਜਵਾਬ ਤੋਂ ਲੱਗਦਾ ਹੈਗਾ ਉਹ ਇਦਾਂ ਹੀ ਲੱਗਦਾ ਹੈ ਕਿ ਘੱਟ ਗਿਣਤੀ ਦੇ ਵਿੱਚ ਆ, ਕੋਈ ਸਾਡੀ ਕਿਉਂ ਨਹੀਂ ਸੁਣ ਪਾ ਰਿਹਾ ਹੈਗਾ। ਉਮੀਦ ਹੈ ਵੀਰ ਜੀ, ਜਿਸ ਤਰ੍ਹਾਂ ਦੇ ਨਾਲ ਤੁਸੀਂ ਆਵਾਜ਼ ਚੁੱਕੀ ਹੈ, ਚੁੱਕਦੇ ਆ ਰਹੇ ਹੋ, ਚੁੱਕਦੇ ਰਹੋਗੇ, ਕਿਸੇ ਨਾ ਕਿਸੇ ਇੱਕ ਦਿਨ ਤਾਂ ਕਿਸੇ ਦੇ ਕੰਨਾਂ ਤੇ ਜਾ ਕੇ ਗੂੰਜੇਗੀ ਔਰ ਉਸ ਆਵਾਜ਼ ਦਾ ਅਸਰ ਵੀ ਜ਼ਰੂਰ ਹੋਵੇਗਾ। ਆਪਾਂ ਅੱਜ ਮੈਂ ਰਮਨ ਜੀ ਪ੍ਰੈਸ ਕਾਨਫਰੰਸ ਕਰਨੀ ਸੀ, ਕੱਲ ਮੈਂ ਪ੍ਰੈਸ ਕਾਨਫਰੰਸ में ਪ੍ਰੈਸ ਕਲੱਬ ਫੋਨ ਕੀਤਾ तो उन्होंने कहा जी प्रेस क्लब बंद है, छुट्टी है लोहड़ी दी, नहीं अदरवाइज असं सारे लोगों को बिठा के 10-20 लोगों को बिठा के असं प्रेस कानफ्रेंस करनी सी। छुट्टी होने की वजह नाल
ਅੱਜ ਪ੍ਰਿੰਟ ਮੀਡੀਆ ਸਾਰਾ ਹੀ ਬੰਦ ਹੈ, ਜੀ। ਛੁੱਟੀ ਦੇ ਕਰਕੇ ਫਿਰ ਮੈਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ। ਲੇਕਿਨ ਮੇਰੇ ਦਿਲ ਦੇ ਵਿੱਚ ਚੀਜ਼ ਰੜਕਦੀ ਹੈ ਕਿ ਸਾਡੇ ਨਾਲ 14 ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਫਿਰ ਨਹੀਂ ਰਹਿਣ ਹੋਇਆ ਮੇਰੇ ਕੋਲੋਂ। ਫਿਰ ਮੈਂ ਚੈਨਲਾਂ ਦੇ ਵਿੱਚ ਜਾ ਕੇ ਆਪਣੇ ਫੇਸਬੁੱਕ ਤੇ ਲਾਈਵ ਹੋ ਕੇ ਕਮ ਸੇ ਕਮ ਇੱਕ ਗੱਲ ਤਾਂ ਰੱਖੀਏ, ਆਪਣਾ ਦਰਦ ਤੇ ਕਿਸੇ ਨਾਲ ਸ਼ੇਅਰ ਕਰੀਏ। ਜੀ ਬਿਲਕੁਲ, ਕਾਫੀ ਜ਼ਿਆਦਾ ਸਮਾਂ ਹੋ ਗਿਆ ਹੈਗਾ, ਇਸ ਸਮੇਂ ਸਾਰੇ ਆਪਦੇ ਪਰਿਵਾਰਾਂ ਦੇ ਵਿੱਚ ਬੈਠੇ ਨੇ, ਲੇਕਿਨ ਤੁਸੀਂ ਵੀ ਆਪਦਾ ਫਰਜ਼ ਸਮਝਿਆ ਔਰ ਸੋਸ਼ਲ ਮੀਡੀਆ ਇਸ ਰਾਤ ਪੌਣੇ 10 ਵਜੇ ਪੌਣੇ 10 ਹੋਏ, ਲੇਕਿਨ ਫਿਰ ਵੀ ਇਸ ਕਰਕੇ ਕਿਉਂਕਿ ਇਸ਼ੂ ਬੜਾ ਸਿੰਸੀਅਰ ਹੈ, ਬੜਾ ਗੰਭੀਰ ਮੁੱਦਾ ਸਾਡੇ ਨਾਲ 14 ਪਰਿਵਾਰਾਂ ਦਾ ਕਿਸੇ ਨੇ ਬਾਹ ਨਹੀਂ ਫੜੀ, ਸਾਡੇ ਨਾਲ 14 ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਇਸੇ 9-10 ਵਜੇ ਕੇ ਚੜ ਗਏ, ਰਾਤ 2 ਵਜੇ ਵੀ ਕਰਨਾ ਪੈਂਦਾ ਮੈਨੂੰ, ਮੈਂ ਜ਼ਰੂਰ ਕਰਦਾ। ਇਹ ਮੁੱਦਾ ਪਬਲਿਕ ਡੋਮੇਨ ਜ਼ਰੂਰ ਹੁੰਦਾ। ਆਪ ਸਾਡੇ ਸਿੱਖਾਂ ਨੂੰ, ਸਾਡੇ ਲੋਕਾਂ ਨੂੰ, ਜੰਮੂ ਦੇ ਲੋਕਾਂ ਨੂੰ ਪਤਾ ਲੱਗੇ ਕਿ ਸਿੱਖਾਂ ਨਾਲ ਕਿੰਨਾ ਇਨਸਾਫ ਹੋ ਰਿਹਾ। ਜੀ ਬਿਲਕੁਲ, ਉਮੀਦ ਹੈਗੀ ਹੈ ਕਿ ਚਲੋ ਜਿਸ ਤਰ੍ਹਾਂ ਦੇ ਨਾਲ ਇਹ ਵੀਰ ਜੀ ਉਹਨਾਂ ਦਾ ਸਟਰਗਲ ਜਾਰੀ ਹੈ, ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਤਾਂ ਇਨਸਾਫ ਜ਼ਰੂਰ ਮਿਲੇਗਾ। ਲੇਕਿਨ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ 14 ਪਰਿਵਾਰਾਂ ਦੀ ਤੁਸੀਂ ਉਮੀਦ ਬਣੇ ਹੋ ਵੀਰ ਜੀ। ਅਗਰ ਤੁਸੀਂ ਇਸ ਚੀਜ਼ ਨੂੰ ਲੈ ਕੇ ਚੱਲਦੇ ਰਹੋਗੇ, ਉਹ 14 ਪਰਿਵਾਰ ਤੁਹਾਡੇ ਨਾਲ ਜੁੜੇ ਹੋਏ ਨੇ, ਉਹਨਾਂ 14 ਪਰਿਵਾਰਾਂ ਦੇ ਜ਼ਖਮ ਅਸੀਂ ਭਰ ਨਹੀਂ ਸਕਦੇ, ਲੇਕਿਨ ਉਹਨਾਂ ਦੇ ਉੱਤੇ ਮੱਲਮ ਲਗਾਉਣ ਦਾ ਕੰਮ ਆ ਤੁਹਾਡਾ। ਇਹ ਜਿਹੜਾ ਹੁਣ ਮੈਂ ਅੱਜ ਰਮਨ ਜੀ ਕੋਲ ਜਾਂਦੇ ਜਾਂਦੇ ਹੋਰ ਕਹਿ ਦਿਆਂ ਕਿ ਲਾਲਪੁਰਾ ਸਾਹਿਬ ਜੰਮੂ ਆਏ ਸੀ, ਉਹਨਾਂ ਨੂੰ ਵੀ ਡੈਫੀਨਿਟਲੀ ਮੈਂ ਕੱਲ ਇੱਕ ਅੱਛੀ ਇੱਥੋਂ ਲੈਟਰ ਲਿਖ ਕੇ ਉਹਨਾਂ ਨੂੰ ਭੇਜਾਂਗਾ। ਪਰ ਤੁਹਾਡੇ ਆਉਣ ਦੇ ਨਾਲ ਲੋਕਾਂ ਨੂੰ ਕੁਝ ਉਮੀਦ ਜਗੀ ਸੀ, ਸਾਨੂੰ ਵੀ ਜਗੀ ਸੀ ਸ਼ਾਇਦ। ਕਈਆਂ ਦੇ ਕਿਹਾ ਨਹੀਂ, ਮੈਂ ਕਿਹਾ ਨਹੀਂ, ਅੱਛੇ ਗੁਰਸਿੱਖਨ ਅੱਛੀ ਪੋਜੀਸ਼ਨ ਤੇ ਬੈਠੇ ਹਨ, ਕੌਮ ਦਾ ਕੰਮ ਕਰਨਾ ਚਾਹੁੰਦੇ ਹਨ ਔਰ ਕਰ ਸਕਦੇ ਹਨ। ਅਗਰ ਕਰਨਾ ਚਾਹੋ ਤੇ ਕਰ ਸਕਦੇ ਹਨ। ਕੱਲ ਉਹਨਾਂ ਨੂੰ ਮੈਂ ਇੱਕ ਲੈਟਰ ਲਿਖਾਂਗਾ, ਨਾਲ ਤੁਹਾਡੀ ਸਾਰਿਆਂ ਦੀ ਵੀਡੀਓ ਵੀ ਨਾਲ ਭੇਜਾਂਗਾ ਆਪਣਾ WhatsApp ਤੇ, ਨਾਲ ਉਹਨਾਂ ਨੂੰ ਭੇਜਾਂਗਾ ਮੈਂ, ਭਈ ਆਓ ਇਹ ਸਾਡੇ ਨਾਲ ਬੇਇਨਸਾਫੀ ਹੈ। ਅੱਗੇ ਵੀ ਸਾਨੂੰ ਦਿੱਲੀ ਨੂੰ ਦੱਸ ਕੇ ਆਏ ਸੀ, ਹੁਣ ਫਿਰ ਲਿਖਾਂਗੇ ਭਈ 34 ਸਾਲ ਹੋ ਗਏ, ਅਜੇ ਵੀ ਅਸੀਂ ਕਿਤੇ ਕੋਹਾਂ ਦੂਰ ਹਨ ਸਾਡੇ, ਇਨਸਾਫ ਸਾਡੇ ਕੋਲ ਕੋਹਾਂ ਦੂਰ ਲੱਗਦਾ। ਹੁਣ ਉੱਥੋਂ ਇੱਕ ਸਾਡੀ ਉਮੀਦ ਜਗੀ ਹੈ। ਲਾਲਪੁਰਾ ਸਾਹਿਬ ਨੂੰ ਕੱਲ ਮੈਂ ਡੈਫੀਨਿਟਲੀ ਲੈਟਰ ਲਿਖਾਂਗਾ, ਦੇਖਦੇ ਉੱਥੋਂ ਕੀ ਰਿਜ਼ਲਟ ਨਿਕਲਦਾ। ਉਹ ਇਹ ਜੋ ਪਹਿਲੇ ਦਾ ਹਿਸਾਬ ਹੀ ਹੈ ਜਾਂ ਹੁਣ ਕੋਈ ਸ਼ਾਇਦ ਉਹਨਾਂ ਕੋਲੋਂ ਸਾਨੂੰ ਕੁਝ ਉਮੀਦ ਹੈ, ਕੋਈ ਐਸਾ ਹੋਇਆ। ਚਲੋ ਵੀਰ ਜੀ, ਉਮੀਦ ਤੁਸੀਂ ਬਰਕਰਾਰ ਰੱਖਿਓ ਆਪਦੀ, ਕਿਉਂਕਿ ਤੁਸੀਂ ਉਹਨਾਂ 14 ਪਰਿਵਾਰਾਂ ਦੀ ਉਮੀਦ ਹੈਗੀ ਹੋ। ਜੇਕਰ ਤੁਹਾਡੀ ਉਮੀਦ ਜਾਗਦੀ ਹੈ ਤਾਂ ਇਸ ਕਰਕੇ ਉਹਨਾਂ ਦੇ ਨਾਲ, ਤੁਹਾਡੇ ਨਾਲ ਉਹਨਾਂ ਦੀ ਉਮੀਦ ਜਿਹੜੀ ਜਾਗਦੀ ਹੈਗੀ। ਇੱਕ ਵਾਇਤ ਤੁਸੀਂ ਇੱਕ ਇਨਸਾਨ ਸੋ ਜਿਨ੍ਹਾਂ ਦਾ ਮੈਨੂੰ ਆਪੇ ਕਾਲ ਆਈ ਕਿ ਇਸ ਦੇ ਉੱਪਰ ਵਿਚਾਰ ਕਰਨੀ ਚਾਹੀਦੀ ਹੈ, ਤੇ ਤਾਂ ਹੀ ਮੇਰੇ ਜ਼ਿਹਨ ਦੇ ਵਿੱਚ ਆਇਆ ਵੀ ਹਾਂ ਨਹੀਂ, ਅੱਜ ਤਾਂ ਉਹ ਦਿਨ ਹੈ 1989 ਵਾਲਾ। ਨਹੀਂ ਤਾਂ ਆਪਾਂ ਆਪੇ ਇਸ ਚੀਜ਼ ਤੋਂ ਬਹੁਤ ਆਪਣੇ ਘਰਾਂ ਦੇ ਵਿੱਚ ਸੁਰਖਰੂ ਹੋ ਕੇ ਬੈਠੇ ਜਿਵੇਂ ਸਾਡੇ ਨਾਲ ਕੁਝ ਹੋਇਆ ਹੀ ਨਹੀਂ ਹੁੰਦਾ। ਲੇਕਿਨ ਫਿਰ ਵੀ ਇੱਕ ਹਲੂਣਾ ਜਿਹਾ ਮਿਲ ਜਾਂਦਾ ਹੈਗਾ। ਫਿਰ ਉਸ ਚੀਜ਼ ਉੱਪਰ ਸਾਰਾ ਪੜ੍ਹਿਆ, ਫਿਰ ਜਾਣਿਆ। ਤੇ ਕੁਝ ਸਮਾਂ ਪਹਿਲਾਂ ਵੀਰ ਅਜਮੀਤ ਸਿੰਘ ਜੀ ਵੀ ਸਾਡੇ ਨਾਲ ਇਸ ਉੱਪਰ ਲਾਈਵ ਆਏ ਸਨ, ਉਹਨਾਂ ਨੇ ਤੁਹਾਡਾ ਵੀ ਜ਼ਿਕਰ ਕੀਤਾ ਕਿ ਇੱਕ ਇਕੱਲਾ ਇਨਸਾਨ ਹੈ ਜਿਹੜਾ ਉਹ ਤੁਰਿਆ ਫਿਰਦਾ, ਉਸਦੇ ਨਾਲ ਕਿਉਂ ਨਾ ਮਿਲ ਕੇ ਚੱਲੀਏ। ਤਾਂ ਜਿੱਦਾਂ ਤੁਸੀਂ ਪਰਿਵਾਰਾਂ ਦੀ ਉਮੀਦ ਬਣੇ ਹੋਏ ਹੋ, ਇੱਕ ਨਾ ਇੱਕ ਦਿਨ ਵਾਹਿਗੁਰੂ ਪਰਮਾਤਮਾ ਤੁਹਾਨੂੰ ਤੁਹਾਡੇ ਕਾਰਜ ਦੇ ਵਿੱਚ ਜ਼ਰੂਰ ਸਫਲ ਕਰੇ। ਉਹਨਾਂ 14 ਪਰਿਵਾਰਾਂ ਨੂੰ, ਉਸ ਨਸਲ ਖੁਸ਼ੀ ਦੇ ਸ਼ਿਕਾਰ ਹੋਏ ਉਹਨਾਂ ਸਾਡੀ ਸਿੱਖ ਸੰਗਤ ਨੂੰ, ਉਹਨਾਂ ਸ਼ਹੀਦਾਂ ਨੂੰ ਇਨਸਾਫ ਹੈ ਜਿਹੜਾ ਜ਼ਰੂਰ ਮਿਲੇ ਜੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।